ਗੁਰ ਨਾਨਕ। ਧਾਰ ਕੇ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੇ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ। ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂਝ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹਿ ਨਿਰੰਕਾਰ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜੇ ਬੇਜੋਗ। ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੈ ਸੋਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਾਰੂ ਮਹੱਲਾ ਨਾਵਾ, ਹਰਿ ਕੋ ਨਾਮ ਸਦਾ ਸੁਖਦਾਈ। ਜਾਕੋ ਸਿਮਰ ਅਜਾਮਲ ਉਦਰਿਓ, ਗਣ ਕਾਹੂਗਤ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਹਜ਼ੂਰ ਨੇ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਹਨ। ਸਾਧ ਸੰਗਤ ਜੀ, ਅੱਜ ਜਿਸ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਵਿਸ਼ੇਸ਼ ਕਿਰਪਾ ਕਰਦੇ ਹਨ, ਜਿਸ ਤੇ ਜਿਹੇ ਸਤਿਗੁਰ ਸੋ ਪ੍ਰਸੰਨ। ਸ਼ਬਦ ਲਗ ਭਵ ਜਲ ਤਾਰੈ, ਉਸ ਨੂੰ ਸ਼ਬਦ ਦੇ ਨਾਲ ਲਾ ਕੇ ਇਸ ਭੈਦਾਇਕ ਸੰਸਾਰ ਤੋਂ ਪਾਰ ਕਰ ਦਿੰਦੇ ਹਨ। ਸਾਧ ਸੰਗਤ ਜੀ, ਹਰ ਕੋ ਸੇਵੈ ਹਰ ਕੇ ਸੰਤ, ਹਰ ਜਨ ਹਰ ਮੈਂ ਭੇਦ ਨਾ ਰੰਚ। ਜੋ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਕਰਦੇ ਹਨ, ਮਹਾਰਾਜ ਜੀ ਕਹਿੰਦੇ ਹਨ, ਉਹਨਾਂ ਜਨਾਂ ਵਿੱਚ ਤੇ ਆਪ ਅਕਾਲ ਪੁਰਖ ਵਾਹਿਗੁਰੂ ਵਿੱਚ ਰੰਚਕ ਮਾਤਰ ਭੇਦ ਨਾ ਸਮਝਣਾ। ਬਾਜਾਂ ਵਾਲੇ ਪਿਤਾ ਜੀਆਂ ਦੇ ਜਿਸ ਤਰ੍ਹਾਂ ਬਚਨ ਹਨ, ਦੋ ਮਾਰਗ ਮੁਕਤ ਕੇ ਕਹੀਐ। ਪ੍ਰਥਮ ਹਰ ਭਗਤ ਹਰ ਜਨ ਕੀ, ਦੁਤੀਆ ਸੁਰਤ ਸੂਰਨ ਕੀ, ਧਰਾ ਸੁਭ ਗਤ ਆਯੋਧਨ ਕੀ। ਮਹਾਰਾਜ ਜੀ ਫਰਮਾਉਂਦੇ ਹਨ, ਦੋ ਮੁਕਤੀ ਦੇ ਮਾਰਗ ਕਹੇ ਜਾਂਦੇ ਹਨ। ਪ੍ਰਥਮ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਵਿੱਚ ਲੱਗ ਕੇ ਇਸ ਦੇਹੀ ਨੂੰ ਸਫਲ ਕਰਨਾ। ਦੂਸਰਾ, ਜੰਗ ਦੇ ਮੈਦਾਨ ਵਿੱਚ ਸ਼ਸਤਰਾਂ ਦੀ ਭੇਟ ਚੜ੍ਹਦੇ ਹੋਏ ਗੁਰਪੁਰੀ ਨੂੰ ਪਿਆਨਾ ਕਰਨਾ। ਅੱਜ ਸਾਧ ਸੰਗਤ ਜੀ, ਕੌਮ ਦੇ ਮਹਾਨ ਧੰਨ ਧੰਨ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਮਹਾਂਪੁਰਸ਼, ਉਹਨਾਂ ਦਾ ਸਾਧ ਸੰਗਤ ਜੀ ਸ਼ਹੀਦੀ ਦਿਹਾੜਾ ਹੈ। ਸੰਤ ਸਿਪਾਹੀ ਦੇਗ ਤੇਗ ਦੇ ਧਣੀ, ਅੱਜ ਸਾਰੇ ਪੰਥ ਦੇ ਵਿੱਚ ਉਹਨਾਂ ਦਾ ਨਾਮ ਬੜੇ ਮਾਣ ਤੇ ਸਨਮਾਨ ਨਾਲ ਲਿਆ ਜਾਂਦਾ ਹੈ, ਜਿਨ੍ਹਾਂ ਦੇ ਸਾਧ ਸੰਗਤ ਜੀ
ਤਾਂ ਕੌਮ ਦੇ ਮਹਾਨ ਮਹਾਂਪੁਰਸ਼ਾਂ ਪਾਸ ਜਿਨ੍ਹਾਂ ਨੇ ਰਹਿ ਕੇ ਸੇਵਾਵਾਂ ਕੀਤੀਆਂ, ਮਹਾਰਾਜਾ ਰਣਜੀਤ ਸਿੰਘ ਜੀਆਂ ਦੀ ਜਿਸ ਤਰ੍ਹਾਂ ਸਾਧ ਸੰਗਤ ਜੀ ਫੌਜ ਵਿੱਚ ਵੀ ਲੰਮਾ ਸਮਾਂ ਰਹੇ, ਧੰਨ ਬਾਬਾ ਸਾਹਿਬ ਸਿੰਘ ਜੀ ਬੇਦੀ ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਵੰਸ਼ਜ ਹਨ, ਉਹਨਾਂ ਦੇ ਪਾਸ ਸਾਧ ਸੰਗਤ ਜੀ ਰਹਿ ਕੇ ਮਹਾਨ ਗੁਰਮਤਿ ਪ੍ਰਾਪਤ ਕੀਤੀ। ਹੋਰ ਵੀ ਬੜੇ ਸਾਧੂ ਮਹਾਤਮਾ ਪਾਸ ਰਹੇ। ਬਾਬਾ ਜੀਆਂ ਨੇ ਵਰ ਦਿੱਤਾ, ਤੁਸੀਂ ਜਾ ਕੇ ਮੀਂਹ ਪਾਵੋਗੇ। ਸਾਧ ਸੰਗਤ ਜੀ ਅੰਗਰੇਜ਼ ਜਾਣਦੇ ਸਨ ਕਿ ਸਿੱਖ ਰਾਜ ਦਾ ਅਖੀਰਲਾ ਧਾਰਮਿਕ ਥੰਮ ਬਾਬਾ ਸਾਹਿਬ ਸਿੰਘ ਜੀ, ਵਾਹਿਗੁਰੂ ਧੰਨ ਧੰਨ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਮਹਾਂਪੁਰਸ਼ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਜਿਸ ਸਮੇਂ ਹੈਜੇ ਦੀ ਬਿਮਾਰੀ ਇਲਾਕੇ ਵਿੱਚ ਫੈਲ ਗਈ ਸੀ, ਉਸ ਸਮੇਂ ਬਹੁਤ ਹੀ ਭਜਨ ਬਾਣੀ ਦਾ ਪ੍ਰਤਾਪ ਮਹਾਰਾਜ ਜੀਆਂ ਹੁਣਾਂ ਚਲਾਇਆ। ਬਾਬਾ ਜੀਆਂ ਨੇ ਇੱਕ ਖੂਹ ਤਿਆਰ ਕਰਕੇ ਆਪਣੇ ਅਧਿਆਤਮਕ ਜਿਸ ਤਰ੍ਹਾਂ ਸਾਧ ਸੰਗਤ ਜੀ ਬਲ ਨਾਲ ਕਿਹਾ, ਖੂਹ ਦਾ ਜਲ ਜੋ ਛਕੇਗਾ, ਇਸ਼ਨਾਨ ਕਰੇਗਾ, ਉਸ ਦੇ ਦੁੱਖ ਦੂਰ ਹੋਣਗੇ। ਐਸਾ ਜਿਸ ਸਮੇਂ ਬਚਨ ਪ੍ਰਗਟ ਹੋਏ ਸੰਸਾਰ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਜੀਆਂ ਹੁਣਾਂ ਨੇ ਜਿਸ ਸਮੇਂ ਬਾਬਾ ਜੀਆਂ ਦੀ ਵਡਿਆਈ ਸੁਣੀ, ਮਹਿਮਾ ਸੁਣੀ, ਆਪ ਦਰਸ਼ਨਾਂ ਵਾਸਤੇ ਚੱਲਣ ਲਈ ਆਏ ਸਨ। ਉਸ ਸਮੇਂ ਬਾਬਾ ਜੀ ਹੁਣਾਂ ਕਿਹਾ ਕਿ ਮਹਾਰਾਜਾ ਜੇ ਆਉਣਾ ਚਾਹੁੰਦਾ ਹੈ ਦਰਸ਼ਨਾਂ ਵਾਸਤੇ ਤਾਂ ਦੋ ਸ਼ਰਤਾਂ ਮੰਨੇ, ਇੱਕ ਤਾਂ ਕੋਈ ਧਨ ਪਦਾਰਥ ਨਹੀਂ ਲੈ ਕੇ ਆਉਣਗੇ, ਦੂਸਰਾ ਪੰਗਤ ਵਿੱਚ ਬਹਿ ਕੇ ਛਕਣਗੇ। ਮਹਾਰਾਜਾ ਜੀਆਂ ਦੇ ਭਾਗ ਜਾਗੇ ਹਨ ਜੋ ਹਜੂਰ ਦੇ ਲੰਗਰਾਂ ਵਿੱਚ ਉਹਨਾਂ ਨੇ ਬੈਠ ਕੇ ਪ੍ਰਸ਼ਾਦਾ ਛਕਣ ਲਈ ਉਹਨਾਂ ਨੇ ਸਾਧ ਸੰਗਤ ਜੀ ਹੁਕਮ ਜਾਣ ਕੇ ਮੰਨਿਆ। ਦੂਸਰਾ ਕੋਈ ਧਨ ਪਦਾਰਥ ਨਾ ਸੀ ਲੈ ਕੇ ਆਏ। ਐਸੇ ਬਾਬਾ ਵੀਰ ਸਿੰਘ ਜੀ ਜੇ ਅੱਜ ਦੀ ਹਾਲਤ ਦੇਖੀਏ ਤਾਂ ਬਾਬੇ ਪਹਿਲਾਂ ਹੀ ਸਾਧ ਸੰਗਤ ਜੀ ਵੇਟ ਕਰਦੇ ਹੁੰਦੇ ਹਨ ਕਦੋਂ ਕੋਈ ਲੀਡਰ ਆਵੇ। ਅੱਜ ਦੀ ਜੇ ਹਾਲਤ ਦੇਖੀਏ, ਸਪੈਸ਼ਲ VIP ਪੰਗਤ ਲਾਈ ਜਾਂਦੀ ਹੈ ਹਜੂਰ ਦੇ ਲੰਗਰਾਂ ਦੇ ਵਿੱਚ। ਉੱਥੇ ਸਾਧ ਸੰਗਤ ਜੀ ਮਹਾਰਾਜਾ ਰਣਜੀਤ ਸਿੰਘ ਜੀ ਵੀ ਜਿਨ੍ਹਾਂ ਦੇ ਦਰਸ਼ਨਾਂ ਵਾਸਤੇ ਆਪ ਚੱਲ ਕੇ ਆਇਆ ਕਰਦੇ ਸਨ। ਐਸੇ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਮਹਾਂਪੁਰਸ਼ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ ਭਾਈ ਮਹਾਰਾਜ ਸਿੰਘ ਜੀ ਜੋ ਇਹਨਾਂ ਦੀ ਸੰਗਤ ਵਿੱਚ ਰਿਹਾ ਕਰਦੇ ਸਨ। ਜਿਸ ਸਮੇਂ ਉਹਨਾਂ ਦੇ ਦਾੜਾ ਨਾ ਸੀ ਆਇਆ ਮੁਖ ਤੇ, ਜਿਸ ਸਮੇਂ ਸਾਧ ਸੰਗਤ ਜੀ ਉਹਨਾਂ ਨੂੰ ਫੌਜ ਵਿੱਚ ਕਿਹਾ ਕਰਨਾ, ਕਿਸੇ ਨੇ ਲੰਕਾ ਦਾ ਚੋਰ, ਕਿਸੇ ਨੇ ਕੀ ਕਹਿਣਾ। ਬਾਬਾ ਜੀਆਂ ਪਾਸ ਜਾ ਕੇ ਕਹਿੰਦੇ ਹਨ, ਬਾਬਾ ਜੀ ਮੈਂ ਇੱਥੋਂ ਚੱਲਿਆ ਹਾਂ, ਆਪ ਜੀਆਂ ਦੇ ਮਹਾਰਾਜ ਜੀ ਸਿੱਖ ਮੈਨੂੰ ਇਸ ਤਰ੍ਹਾਂ ਬਚਨ ਕਹਿੰਦੇ ਹਨ। ਉਸ ਸਮੇਂ ਬਾਬਾ ਜੀਆਂ ਨੇ ਕਿਹਾ, ਗੁਰਸਿੱਖਾ ਬੁਰਾ ਨਹੀਂ ਮੰਨੀਦਾ ਗੁਰਸਿੱਖਾਂ ਦੇ ਬਚਨਾਂ ਦਾ, ਤੂੰ ਇਸ ਤਰ੍ਹਾਂ ਕਰਿਆ ਕਰ, ਜਿਸ ਸਮੇਂ ਅੰਮ੍ਰਿਤ ਵੇਲੇ ਸੰਗਤ ਆਉਂਦੀ ਹੈ, ਜਿਸ ਪਾਏਦਾਨ ਤੋਂ ਸੰਗਤ ਆਪਣੇ ਜੋੜੇ ਝਾੜਦੀ ਹੈ, ਉਸ ਦੇ ਥੱਲੇ ਜੋ ਚਰਨ ਧੂੜ ਹੈ ਉਸ ਨੂੰ ਆਪਣੇ ਮੁਖ ਤੇ ਮਲਿਆ ਕਰ, ਗੁਰੂ ਸਾਹਿਬ ਕਿਰਪਾ ਕਰਨਗੇ। ਬਾਬਾ ਜੀਆਂ ਨੇ ਇਸੇ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੱਤਾ। ਥੋੜੇ ਸਮੇਂ ਬਾਅਦ ਇੰਨਾ ਲੰਮਾ ਦਾੜਾ ਆਇਆ, ਖੜੇ ਹੁੰਦੇ ਸੀ ਤਾਂ ਧਰਤੀ ਨੂੰ ਥੱਲੇ ਜ਼ਮੀਨ ਨਾਲ ਛੂੰਹਦਾ ਸੀ। ਜਿਸ ਸਮੇਂ ਸਾਧ ਸੰਗਤ ਜੀ ਨਨਕਾਣਾ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਤੇ ਬਾਬਾ ਜੀ ਸੇਵਾ ਕਰ ਰਹੇ ਸਨ, ਬਾਬਾ ਭਾਈ ਮਹਾਰਾਜ ਸਿੰਘ ਜੀ, ਉਸ ਸਮੇਂ ਗੁਰਸਿੱਖ ਨੇ ਆਖਿਆ ਕਿ ਭਾਈ ਬਾਬਾ ਜੀ ਆਪ ਜੀ ਆਪਣੇ ਦਾੜੇ ਦਾ ਸਤਿਕਾਰ ਕਰੋ, ਥੱਲੇ ਜੋੜਿਆਂ ਨੂੰ ਲੱਗ ਰਿਹਾ ਹੈ। ਦੋਨੋਂ ਹੱਥ ਜੋੜ ਕੇ ਭਾਈ ਮਹਾਰਾਜ ਸਿੰਘ ਜੀ ਕਹਿੰਦੇ ਹਨ, ਗੁਰਸਿੱਖਾ ਸਾਨੂੰ ਤਾਂ ਇਹ ਦਾੜਾ ਮਿਲਿਆ ਹੀ ਇਹਨਾਂ ਚਰਨਾਂ ਦੇ ਜੋੜਿਆਂ ਵਿੱਚੋਂ ਹੈ। ਐਸੇ ਬਾਬਾ ਧੰਨ ਧੰਨ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਮਹਾਂਪੁਰਸ਼, ਜਿਸ ਤਰ੍ਹਾਂ ਸਾਧ ਸੰਗਤ ਜੀ ਖਾਲਸਾ ਰਾਜ ਦੀਆਂ ਨੀਹਾਂ ਜਿਸ ਸਮੇਂ ਗਰਦਾਰਾਂ ਨੇ, ਆਪ ਇਤਿਹਾਸ ਜਾਣਦੇ ਹੋ, ਜਿਸ ਤਰ੍ਹਾਂ ਗਦਾਰਾਂ ਨੇ ਗਦਾਰੀ ਕੀਤੀ, ਉਹਨਾਂ ਦੀਆਂ ਪਈਆਂ ਚਿੱਠੀਆਂ ਅੱਜ ਵੀ ਇੰਗਲੈਂਡ ਵਿੱਚ ਸਾਧ ਸੰਗਤ ਜੀ ਗਵਾਹੀ ਦਿੰਦੀਆਂ ਹਨ। ਜਿਸ ਸਮੇਂ ਬਾਬਾ ਜੀਆਂ ਨੇ ਖਾਲਸੇ ਰਾਜ ਬਾਬਤ ਬਚਨ ਕਹੇ, ਗੁਰਸਿੱਖਾਂ ਨੇ ਆਖਿਆ ਸੀ ਮਹਾਰਾਜ ਖਾਲਸਾ ਰਾਜ ਦੀ ਸਲਾਮਤੀ ਚਾਹੀਦੀ ਹੈ। ਬਾਬਾ ਜੀਆਂ ਨੇ ਕਿਹਾ ਸੀ ਸੁਹਾਗਾ ਹੀ ਫਿਰ ਜਾਵੇਗਾ। ਸਾਧ ਸੰਗਤ ਜੀ ਜਿਸ ਤਰ੍ਹਾਂ ਆਪ ਜੀ ਇਤਿਹਾਸ ਤੋਂ ਜਾਣਦੇ ਹੋ, ਧਿਆਨ ਸਿੰਘ ਡੋਗਰਾ ਆਪਣੇ ਪੁੱਤਰ ਨੂੰ ਇਸ ਖਾਲਸਾ ਰਾਜ ਦੇ ਰਾਜ ਤੇ ਸਥਾਪਨ ਕਰਨਾ ਚਾਹੁੰਦਾ ਸੀ। ਆਪਣੇ ਪੁੱਤਰ ਹੀਰਾ ਸਿੰਘ ਨੂੰ ਉਹ ਸਾਧ ਸੰਗਤ ਜੀ ਇਸ ਰਾਜ ਤੇ ਵੇਖਣਾ ਚਾਹੁੰਦਾ ਸੀ, ਉਸ ਦਾ ਸੁਪਨਾ ਸੀ। ਪਰ ਇਹ ਸ਼ੇਰਾਂ ਦੀ ਕੌਮ ਦੀ ਅਗਵਾਈ ਕੋਈ ਸ਼ੇਰ ਹੀ ਕਰ ਸਕਦਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਫਿਰ ਸਿੱਖ ਸਰਦਾਰਾਂ ਨੇ
ਧੰਨ ਧੰਨ ਬਾਬਾ ਵੀਰ ਸਿੰਘ ਜੀਆਂ ਦੀ ਸ਼ਰਨ ਲਈ। ਜਦੋਂ ਦੇਖਿਆ ਕਿ ਇਹ ਗੋਰਿਆਂ ਨਾਲ ਰਲ ਗਏ ਹਨ, ਗੋਰਿਆਂ ਦੀ ਅੱਜ ਵੀ ਰਿਪੋਰਟ ਦੱਸਦੀ ਹੈ ਜਿਸ ਵਿੱਚ ਲਿਖਿਆ ਸੀ ਕਿ ਸਿੱਖ ਸਰਦਾਰਾਂ ਨੇ ਹੁਣ ਬਾਬਾ ਵੀਰ ਸਿੰਘ ਜੀਆਂ ਦੀ ਸ਼ਰਨ ਤੱਕੀ ਹੈ, ਕਿਉਂਕਿ ਬਾਬਾ ਵੀਰ ਸਿੰਘ ਜੀਆਂ ਦੀ ਸਾਧ ਸੰਗਤ ਜੀ ਜਿੱਦਾਂ ਕੋਈ ਸ਼ਰਨ ਵਿੱਚ ਆ ਜਾਂਦਾ ਹੈ ਤਾਂ ਸਾਧ ਸੰਗਤ ਜੀ ਜੋ ਮਹਾਂਪੁਰਸ਼ ਹੋਇਆ ਕਰਦੇ ਹਨ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੇ ਕੋਈ ਸ਼ਰਨ ਵਿੱਚ ਆ ਕੇ ਦੋਨੋਂ ਹੱਥ ਜੋੜ ਕੇ ਕਵੇ ਮਹਾਰਾਜ ਜੀ ਮੈਨੂੰ ਸ਼ਰਨ ਵਿੱਚ ਰੱਖ ਲਵੋ, ਸਾਧ ਸੰਗਤ ਜੀ ਸ਼ਰਨ ਉਹੀ ਦਿੰਦਾ ਹੈ ਜੋ ਸ਼ਰਨ ਦੇਣ ਦੇ ਸਮਰੱਥ ਹੁੰਦਾ ਹੈ। ਬਾਬਾ ਵੀਰ ਸਿੰਘ ਜੀਆਂ ਨੇ ਜਿਸ ਤਰ੍ਹਾਂ ਗੋਰਿਆਂ ਨੇ ਲਿਖਿਆ ਹੈ ਕਿ ਹੀਰਾ ਸਿੰਘ ਦੇ ਹੁਣ ਰਾਜ ਦੇ ਵਿੱਚ ਜੋ ਰੁਕਾਵਟ ਸੀ, ਜੋ ਵੱਡੀ ਧਾਰਮਿਕ ਧੀਰ ਸੀ ਬਾਬਾ ਵੀਰ ਸਿੰਘ ਜੀ, ਉਹ ਸਾਧ ਸੰਗਤ ਜੀ ਕਹਿੰਦੇ ਹਨ ਉਹਨਾਂ ਤੇ ਹਮਲਾ ਕਰਨ ਵਾਸਤੇ ਕਾਰਨ ਮਿਲ ਚੁੱਕਿਆ ਹੈ। ਉਹਨਾਂ ਨੇ ਹੁਣ ਜੋ ਸਿੱਖ ਜਰਨੈਲ ਹਨ ਉਹਨਾਂ ਨੂੰ ਆਪਣੀ ਸ਼ਰਨ ਵਿੱਚੋਂ ਨਹੀਂ ਛੱਡਣਾ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਹੀਰਾ ਸਿੰਘ ਨੇ ਡੋਗਰੇ ਨੇ ਫਿਰ ਲਾਹੌਰ ਤੋਂ ਜਿਸ ਤਰ੍ਹਾਂ ਚੜ੍ਹਾਈ ਕੀਤੀ ਸੀ, ਇੱਧਰ ਬਾਬਾ ਵੀਰ ਸਿੰਘ ਜੀ ਸਾਧ ਸੰਗਤ ਜੀ ਗੁਰਸਿੱਖਾਂ ਨੂੰ ਕਿਹਾ ਸੀ, ਸਾਧ ਸੰਗਤ ਜੀ 10,000 ਦਾ ਇਕੱਠਾ ਲੰਗਰ ਤਿਆਰ ਹੋਇਆ ਕਰਦਾ ਸੀ ਬਾਬਾ ਵੀਰ ਸਿੰਘ ਜੀਆਂ ਦੇ ਡੇਰੇ। ਉਹ ਦਿਨ ਬਾਬਾ ਜੀਆਂ ਨੇ ਕਿਹਾ ਅੱਜ ਵਿਸ਼ੇਸ਼ ਲੰਗਰ ਤਿਆਰ ਕਰੋ, ਸਾਡੇ ਭਰਾ ਆ ਰਹੇ ਹਨ। ਵਧੇਰੇ ਉਸ ਦਿਨ ਲੰਗਰ ਤਿਆਰ ਕੀਤਾ। ਜਿਸ ਸਮੇਂ ਸਾਧ ਸੰਗਤ ਜੀ ਫੌਜ ਚੜ੍ਹ ਕੇ ਆ ਗਈ, ਗੁਰਸਿੱਖ ਪਾਸ ਆ ਕੇ ਕਹਿੰਦੇ ਹਨ ਬਾਬਾ ਜੀ ਫੌਜ ਚੜ੍ਹ ਕੇ ਆਈ ਹੈ। ਬਾਬਾ ਜੀ ਕਹਿੰਦੇ ਹਨ ਨਿਸ਼ਾਨ ਕਿਹੜੇ ਹਨ? ਹਜੂਰ ਖਾਲਸਾਈ ਨਿਸ਼ਾਨ ਹਨ। ਤਾਂ ਉਸ ਸਮੇਂ ਬਾਬਾ ਜੀਆਂ ਨੇ ਕਿਹਾ ਕੋਈ ਵੀ ਅੱਗੋਂ ਸ਼ਸਤਰ ਨਹੀਂ ਚਲਾਏਗਾ। ਆਪ ਸਮਾਧੀ ਲਾ ਕੇ ਬਾਬਾ ਜੀ ਜਿਸ ਤਰ੍ਹਾਂ ਬੈਠ ਗਏ ਹਨ, ਕਹਿੰਦੇ ਹਨ ਭਰਾ ਭਰਾ ਨੂੰ ਨਹੀਂ ਮਾਰੇਗਾ। ਜਿਸ ਤਰ੍ਹਾਂ ਸੰਸਾਰ ਕੀ ਕਵੇਗਾ, ਸਿੱਖ ਆਪਸ ਵਿੱਚ ਲੜ ਕੇ ਹੀ ਮਰ ਗਏ ਹਨ। ਉਸ ਸਮੇਂ ਸਾਧ ਸੰਗਤ ਜੀ ਇਹਨਾਂ ਨੇ ਡੋਗਰਿਆਂ ਨੇ ਅੱਗੋਂ ਸਾਧ ਸੰਗਤ ਜੀ ਬਾਬਾ ਜੀਆਂ ਨੇ ਖਾਲਸਾ ਫੌਜ ਜਾਣ ਕੇ ਜਿਸ ਤਰ੍ਹਾਂ ਮਾਣ ਦਿੱਤਾ, ਪਰ ਉਹ ਡੋਗਰਾ ਫੌਜ ਬਣ ਚੁੱਕੀ ਸੀ। ਜਿਸ ਤਰ੍ਹਾਂ ਉਹਨਾਂ ਨੇ ਅੱਗੋਂ ਫਿਰ ਪਹਿਲੀ ਤੋਪ ਦਾ ਗੋਲਾ ਆਉਂਦਾ ਹੈ, ਬਾਬਾ ਜੀਆਂ ਦੇ ਸਾਧ ਸੰਗਤ ਜੀ ਸੱਜੀ ਲੱਤ ਜਿਸ ਤਰ੍ਹਾਂ ਸਾਧ ਸੰਗਤ ਜੀ ਨਾਲੋਂ ਲੈ ਜਾਂਦੀ ਹੈ, ਬਾਬਾ ਜੀ ਉਸੇ ਤਰ੍ਹਾਂ ਅੱਗੋਂ ਕੋਈ ਜਵਾਬੀ ਹਮਲਾ ਵੀ ਨਹੀਂ ਕਰਦੇ। ਇਹ ਨਹੀਂ ਸੀ ਕਿ ਸਮਰੱਥ ਨਹੀਂ ਸੀ, ਸਮਰੱਥ ਸਨ, ਜੋ ਚਾਹੁੰਦੇ ਫੁਰਨੇ ਨਾਲ ਕਰ ਸਕਦੇ ਸਨ। ਫਿਰ ਵੀ ਸੋਚਿਆ ਕਿ ਖਾਲਸਾਈ ਨਿਸ਼ਾਨ ਨੇ, ਉਹਨਾਂ ਤੇ ਅਸੀਂ ਕਿੱਦਾਂ ਗੋਲੀਆਂ ਚਲਾ ਸਕਦੇ ਹਾਂ। ਅਣਗਿਣਤ ਗੋਲੀਆਂ ਛਾਤੀ ਨੂੰ ਪਾੜਦੀਆਂ ਹੋਈਆਂ ਪਾਰ ਹੋ ਜਾਂਦੀਆਂ ਹਨ। ਉੱਥੇ ਬਾਬਾ ਜੀ ਸਾਧ ਸੰਗਤ ਜੀ ਅੱਜ ਦੇ ਦਿਨ ਸ਼ਹੀਦੀ ਪ੍ਰਾਪਤ ਕਰਦੇ ਹਨ। ਜਿਸ ਤਰ੍ਹਾਂ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਮਹਾਨ ਸਿੱਖਿਆਵਾਂ ਸਾਨੂੰ ਜਿਸ ਤਰ੍ਹਾਂ ਸਿਖਾ ਕੇ ਗਏ ਹਨ ਕਿ ਗੁਰਸਿੱਖਾਂ ਦਾ ਕਿਸ ਤਰ੍ਹਾਂ ਸਤਿਕਾਰ ਕਰੀਦਾ ਹੈ, ਖਾਲਸੇ ਪੰਥ ਦਾ ਕਿਸ ਤਰ੍ਹਾਂ ਸੇਵਾ ਕਰੀਦੀ ਹੈ। ਆਪ ਆਪਣੇ ਹੱਥੀਂ ਸੇਵਾ ਕਰਿਆ ਕਰਦੇ ਸਨ। ਸਾਧ ਸੰਗਤ ਜੀ ਅੱਜ ਐਸੇ ਮਹਾਨ ਸੰਤ ਸਿਪਾਹੀ ਦੇਗ ਤੇਗ ਦੇ ਧਨੀ ਧੰਨ ਧੰਨ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਮਹਾਂਪੁਰਸ਼ਾਂ ਦਾ ਸ਼ਹੀਦੀ ਦਿਹਾੜਾ ਸੀ। ਉਸ ਵਿੱਚ ਸਾਧ ਸੰਗਤ ਜੀ ਬੇਨਤੀਆਂ ਕੀਤੀਆਂ ਸੀ। ਆਓ ਸਾਧ ਸੰਗਤ ਜੀ ਜਿਸ ਤਰ੍ਹਾਂ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੇ ਨਾਮ ਲਿਆ ਹੀ ਪਾਪ ਥੜ ਥੜ ਕੰਬਦੇ ਹਨ, ਗੁਰਸਿੱਖਾਂ ਦੇ ਮਨੋਂ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਭੱਟ ਸਾਹਿਬਾਨ ਕਹਿੰਦੇ ਹਨ ਜਾਲਪਾ ਪਦਾਰਥ ਇਤੜੇ, ਕਿੰਨੇ ਕੁ ਪਦਾਰਥ ਕਹਿ ਦਈਏ ਕਿ ਹਜੂਰ ਦੇ ਦਰਸ਼ਨ ਕਰਦਿਆਂ ਹੀ ਜੋ ਮਿਲਦੇ ਹਨ। ਗੁਰਸਿੱਖ ਸੰਗਤਾਂ ਪਟਨਾ ਸਾਹਿਬ ਜੀਆਂ ਦੀ ਧਰਤੀ ਤੇ ਸੱਜ ਬੈਠੀਆਂ ਹਨ, ਹਜੂਰ ਮੁਖ ਤੋਂ ਬਚਨ ਕਰਦੇ ਹਨ, ਠੰਡ ਪਈ ਜਾਂਦੀ ਹੈ। ਆਓ ਸਾਧ ਸੰਗਤ ਜੀ ਹਜੂਰ ਮੇਰਾ ਦੇ ਘਰ ਵਿੱਚ ਆਏ ਹਨ, ਵਿਸ਼ੇਸ਼ ਕਰਕੇ ਹਜੂਰ ਸਾਡੇ ਤੇ ਪ੍ਰਸੰਨ ਹੋਏ ਹਨ, ਸਤ ਸੰਗਤ ਵਿੱਚ ਲੈ ਕੇ ਆਏ ਹਨ। ਹਜੂਰ ਹੁਣ ਉਪਦੇਸ਼ ਬਖਸ਼ਦੇ ਹਨ, ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸੱਚੇ ਸਤਿਗੁਰੂ ਜੀਆਂ ਦੇ ਚਰਨਾਂ ਕਮਲਾਂ ਦਾ ਧਰੀਏ ਧਿਆਨ। ਅਦਬ ਸਹਿਤ ਸੀਸ ਝੁਕਾਉਂਦੇ ਹੋਏ ਦੋਨੋਂ ਹੱਥ ਜੋੜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਜੋ ਪ੍ਰਮਾਤਮਾ ਇੱਕ ਹੈ, ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਮਾਰੂ ਮਹੱਲਾ ਨਾਵਾ। ਹਜੂਰ ਮਾਰੂ ਰਾਗ ਨੂੰ ਭਾਗ ਲਾ ਰਹੇ ਹਨ। ਮਹੱਲਾ ਨਾਵਾ। ਨਾਵੇ ਪਾਤਸ਼ਾਹ
ਮੁਖ ਤੋਂ ਕਿਰਪਾ ਕਰ ਰਹੇ ਹਨ। ਹਰਿ ਕੋ ਨਾਮ ਸਦਾ ਸੁਖਦਾਈ। ਮਹਾਰਾਜ ਜੀਆਂ ਪਾਸ ਗੁਰਸਿੱਖਾਂ ਨੇ ਆ ਕੇ ਬੇਨਤੀ ਕੀਤੀ ਹੈ, ਮਹਾਰਾਜ ਜੀ ਆਪ ਜੀਆਂ ਦੇ ਪਾਸ ਆ ਕੇ ਦੁੱਧ ਪੁੱਤ ਦੀਆਂ ਦਾਤਾਂ ਮੰਗਦੇ ਹਾਂ। ਹਜੂਰ ਆਪ ਸਭ ਦਿੰਦੇ ਹੋ। ਹਜੂਰ ਸੰਸਾਰ ਦੀ ਕੋਈ ਵੀ ਚੀਜ਼ ਮੰਗੀ ਸੀ ਆਪ ਜੀਆਂ ਤੋਂ, ਸਭ ਕਾਮਨਾਵਾਂ ਹਜੂਰ ਆਪ ਜੀਆਂ ਨੇ ਪੂਰੀਆਂ ਕੀਤੀਆਂ। ਪਰ ਹਜੂਰ ਜਦੋਂ ਉਹ ਪਦਾਰਥ ਮਿਲ ਜਾਂਦੇ ਹਨ, ਫਿਰ ਮਹਾਰਾਜ ਜੀ ਥੋੜ੍ਹੇ ਸਮੇਂ ਦੀ ਖੁਸ਼ੀ ਹੁੰਦੀ ਹੈ, ਫਿਰ ਮਹਾਰਾਜ ਜੀ ਉਹ ਸੁਖ ਨਾਸ਼ ਹੋ ਜਾਂਦੇ ਹਨ। ਹਜੂਰ ਆਪ ਕਿਰਪਾ ਕਰਕੇ ਦੱਸੋ ਕੋਈ ਸਦੀਵੀ ਸੁਖ ਰਹੇ ਮਹਾਰਾਜ ਜੀ, ਸਦਾ ਸੁਖ ਮਨ ਵਸੈ, ਦੁੱਖ ਸੰਸਾਰਹਿ ਖੋਵੈ। ਮਹਾਰਾਜ ਜੀ ਸਦਾ ਵਾਸਤੇ ਇਸ ਮਨ ਨੂੰ ਸੁਖ ਹੋ ਆਵੇ ਤੇ ਮਹਾਰਾਜ ਜੀ ਦੁੱਖ ਨਾਸ਼ ਹੋ ਜਾਣ। ਕਿਉਂਕਿ ਮਹਾਰਾਜ ਜੀ ਜੋ ਵੀ ਪਦਾਰਥ ਵਿਸ਼ੇ ਭੋਗਦਾ ਹਾਂ, ਜੋ ਵੀ ਕਰਦਾ ਹਾਂ, ਥੋੜ੍ਹੇ ਸਮੇਂ ਲਈ ਸੁੱਖ ਦਿੰਦੇ ਹਨ, ਬਾਅਦ ਚੋਂ ਮਹਾਰਾਜ ਜੀ ਮੈਨੂੰ ਦੁੱਖ ਮਿਲਦਾ ਹੈ। ਆਪ ਕਿਰਪਾ ਕਰਕੇ ਦੱਸੋ ਕਿ ਸਦੀਵ ਲਈ ਮਹਾਰਾਜ ਜੀ ਸੁਖੀ ਹੋ ਜਾਈਏ। ਜਾ ਕੋ ਸਿਮਰ ਵਾਹਿਗੁਰੂ ਆਰੰਭ ਤੋਂ ਹੀ ਜੀ। ਹਰਿ ਮਾਰੂ ਕੋ- ਮਹੱਲਾ ਹਰਿ ਕੋ- ਨਵਾਂ। ਹਰਿ ਕੋ ਨਾਮ ਸਦਾ ਸੁਖਦਾਈ। ਮਹਾਰਾਜ ਜੀ ਕਹਿੰਦੇ ਹਨ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਸਦਾ ਸੁਖ ਦੇ ਦੇਣ ਵਾਲਾ ਹੈ। ਗੁਰਸਿੱਖਾ ਜਿਸ ਤਰ੍ਹਾਂ ਸਾਧ ਸੰਗਤ ਜੀ ਜੋ ਇਹ ਜੀਵ ਹੈ, ਮਹਾਰਾਜ ਜੀ ਕਹਿੰਦੇ ਹਨ ਭੁੱਲ ਜਾਂਦਾ ਹੈ, ਪਰ ਸਾਧ ਸੰਗਤ ਜੀ ਜਿੰਦੇ ਤੇ ਹਜੂਰ ਕਿਰਪਾ ਕਰਨ, ਜਿਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰਾਂ ਜੀਆਂ ਦੀ ਬਾਣੀ ਪੜ੍ਹੇ, ਜਿਸ ਤਰ੍ਹਾਂ ਇੰਨਾ ਬਰਾਗ ਉਤਪੰਨ ਹੁੰਦਾ ਹੈ, ਮਣਾ ਦੇਖ ਤੂੰ ਕਿੱਧਰ ਭੁੱਲਦਾ ਜਾ ਰਿਹਾ ਸੀ, ਵਿਸ਼ਿਆਂ ਤੋਂ ਉਪਰਾਮ ਹੋ ਜਾਂਦਾ ਹੈ ਮਨ, ਵਿਸ਼ੇ ਇਹਨੂੰ ਸੁਖ ਨਹੀਂ ਦਿੰਦੇ। ਮਹਾਰਾਜ ਜੀਆਂ ਦੀ ਬਾਣੀ ਪੜ੍ਹਦਾ ਹੋਇਆ ਸਾਧ ਸੰਗਤ ਜੀ ਕਿੰਨਾ ਸਮਾਂ ਫਿਰ ਬਤੀਤ ਹੋ ਜਾਂਦਾ ਹੈ, ਪਤਾ ਨਹੀਂ ਲੱਗਦਾ। ਇਹ ਕਿੱਥੋਂ ਪਤਾ ਲੱਗਦਾ ਹੈ? ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਮਹਾਰਾਜ ਜੀਆਂ ਦੇ ਦਰਬਾਰ ਵਿੱਚ ਆ ਕੇ ਸੋਝੀ ਆਉਂਦੀ ਹੈ, ਕਿਉਂਕਿ ਸਾਧ ਸੰਗਤ ਜੀ ਸਾਰਾ ਸੰਸਾਰ ਹੀ ਕਹਿੰਦਾ ਹੈ ਮੈਂ ਬੜਾ ਸਿਆਣਾ ਹਾਂ, ਬੜੀਆਂ ਵਿਧੀਆਂ ਦੱਸਦੇ ਹਨ ਕਿ ਇਸ ਤਰ੍ਹਾਂ ਮਾਇਆ ਕਮਾਈ ਦੀ ਹੈ, ਆਹ ਕੱਪੜੇ ਪਾਈਦੇ ਹਨ, ਪਰ ਗੁਰੂ ਦੇ ਦਵਾਰੇ ਤੇ ਆ ਕੇ ਸੋਝੀ ਆਉਂਦੀ ਹੈ, ਮਣਾ ਦੇਖ ਸਾਰੇ ਪਦਾਰਥ ਨਾਸ਼ਵੰਤ ਹੈ, ਇਥੋਂ ਤਿੱਕਰ ਕੀ ਜੋ ਤੇਰੀ ਦੇਹੀ ਹੈ, ਜਿਸ ਦਾ ਤੂੰ ਬੜਾ ਮਾਣ ਕਰਦਾ ਹੈ, ਇਹ ਵੀ ਨਾਸ਼ਵੰਤ ਹੈ। ਇਹ ਕੌਣ ਦੱਸਦੇ ਹਨ? ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਸਾਡੇ ਭੁੱਲੇ ਹੋਇਆਂ ਨੂੰ ਸਾਧ ਸੰਗਤ ਜੀ ਕਿੰਨੇ ਮਾਰਗ ਦੱਸਣਾ ਸੀ। ਐਸੇ ਵੱਡੇ ਗੁਰੂ ਕਲਯੁਗ ਦੇ ਵਿੱਚ ਸਾਡੇ ਵਾਸਤੇ ਤਖਤ ਤੇ ਸੱਜ ਬੈਠੇ ਹਨ ਸ਼ਸਤਰ ਧਾਰ ਕੇ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੋ ਸਾਨੂੰ ਭੁੱਲਿਆਂ ਹੋਇਆਂ ਨੂੰ ਅਗਵਾਈ ਦਿੰਦੇ ਹਨ। ਸ਼ਬਦ ਦਾ ਖੰਡਾ ਹੱਥ ਵਿੱਚ ਬਖਸ਼ ਕੇ ਕਹਿੰਦੇ ਹਨ, ਗੁਰਸਿੱਖਾ ਲੈ ਖੰਡਾ ਪਕੜ। ਤੇ ਜੋ ਸਾਧ ਸੰਗਤ ਜੀ ਪੰਜ ਪਾਪੀ ਵਿਕਾਰ ਹਨ, ਹਜੂਰ ਕਹਿੰਦੇ ਹਨ ਖੱਗ ਖੰਡ ਬਿਹੰਡੰਗ, ਇਹਨਾਂ ਨੂੰ ਖੰਡਦਾ ਹੋਇਆ ਪਾਰ ਹੋ ਜਾ। ਜੇ ਸਦਾ ਲਈ ਸੁਖ ਚਾਹੁਣਾ ਹੈ, ਜੇ ਲੋੜ ਹੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰ ਹੈ ਬਤਾਈ। ਜੇ ਸਦਾ ਵਾਸਤੇ ਸੁਖ ਚਾਹੁਣਾ ਹੈ, ਕਦੇ ਸੰਗਤ ਤੋਂ ਨਾ ਟੁੱਟੀ, ਤੇ ਸੰਗਤ ਵਿੱਚ ਉਹ ਆਉਂਦਾ ਹੈ ਜਿੰਦੇ ਤੇ ਹਜੂਰ ਦੀ ਵਿਸ਼ੇਸ਼ ਕਰਕੇ ਕਿਰਪਾ ਹੁੰਦੀ ਹੈ। ਹਜੂਰ ਕਹਿੰਦੇ ਹਨ ਹਰੀ ਦਾ ਨਾਮ ਸਦਾ ਹੀ ਸੁਖ ਦੇਣ ਵਾਲਾ ਹੈ। ਜਾ ਕੋ ਸਿਮਰ ਅਜਾਮਲ ਉਦਰਿਓ। ਮਹਾਰਾਜ ਜੀ ਕਿਸੇ ਨੂੰ ਲਾਭ ਹੋਇਆ ਹੈ ਹਰੀ ਦਾ ਨਾਮ ਜਪਿਆ? ਹਜੂਰ ਕਹਿੰਦੇ ਹਨ ਜਿਸ ਨਾਮ ਨੂੰ ਜਪਿਆ ਅਜਾਮਲ ਉਦਰ ਗਿਆ ਹੈ। ਅਜਾਮਲ ਪਾਪੀ ਜਗ ਜਾਣੇ, ਸਾਰਾ ਜਗ ਸਾਧ ਸੰਗਤ ਜੀ ਅਜਾਮਲ ਨਾ ਸਿੱਕਿਆ ਕਰਦਾ, ਅਜਾਮਲ ਪਾਪੀ ਕਹਿੰਦੇ ਸੀ ਉਸ ਨੂੰ। ਜਿਸ ਤਰ੍ਹਾਂ ਆਪ ਜੀਆਂ ਨੇ ਨਿਤ ਦੇ ਸਤ ਸੰਗੀ ਹਰ ਰੋਜ਼ ਸੁਣਦੇ ਹੋ ਕਿ ਅਜਾਮਲ ਜਿਸ ਤਰ੍ਹਾਂ ਆਪਣੇ ਗੁਰੂ ਦਾ ਉਪਦੇਸ਼ ਨਾ ਸੀ ਮੰਨਿਆ, ਗੁਰੂ ਕਹਿੰਦਾ ਸੀ ਇਸ ਨਗਰੀ ਤੋਂ ਬਾਹਰ ਦੀ ਘੁੰਮ ਕੇ ਆਇਆ ਕਰ ਜਦੋਂ ਪੜ੍ਹਨ ਵਾਸਤੇ ਆਉਣਾ ਹੈ। ਜੋ ਅਜਾਮਲ ਸੀ, ਬਹੁਤ ਸਾਧ ਸੰਗਤ ਜੀ ਵਿਦਿਆ ਪੜ੍ਹੀ ਸੀ, ਵੇਦ ਸ਼ਾਸਤਰ ਉਸਨੇ ਪੜ੍ਹੇ ਸੀ,
ਪਰ ਸਾਧ ਸੰਗਤ ਜੀ ਕਮਾਈ ਨਾ ਸੀ ਕੀਤੀ ਅਜਾਮਲ ਨੇ। ਜਿਸ ਸਮੇਂ ਕਹਿੰਦਾ ਹੈ ਗੁਰੂ ਕਿਹੜਾ ਦੇਖਦਾ ਹੈ, ਨਗਰੀ ਦੇ ਵਿੱਚ ਸਾਧ ਸੰਗਤ ਜੀ ਵੇਸ਼ਵਾਵਾਂ ਦੇ ਘਰ ਸਨ। ਜਿਸ ਸਮੇਂ ਨਗਰੀ ਚੋਂ ਨਿਕਲਦਾ ਹੈ ਮਨ ਸਾਧ ਸੰਗਤ ਜੀ ਉਸੇ ਸਮੇਂ ਹੀ ਫੁਰਦੇ ਹਨ ਭੈੜੇ। ਵੇਸ਼ਵਾ ਨਾਲ ਵਿਆਹ ਕਰਾ ਕੇ 6 ਪੁੱਤ ਜਾਏ ਵੇਸ਼ਵਾ, ਪਾਪਾਂ ਦੇ ਫਲ ਇੱਛੇ ਲਹਿਆ। ਉਸ ਵੇਸ਼ਵਾ ਤੋਂ ਸਾਧ ਸੰਗਤ ਜੀ 6 ਪੁੱਤਰ ਫਿਰ ਇਸ ਦੇ ਘਰ ਪੈਦਾ ਹੋਏ। ਇਸ ਨੂੰ ਨਗਰ ਵਿੱਚੋਂ ਕੱਢ ਦਿੱਤਾ। ਸਾਰਾ ਸੰਸਾਰ ਕਹਿੰਦਾ ਸੀ ਅਜਾਮਲ ਪਾਪੀ ਹੈ। ਇੱਕ ਦਿਨ ਸਾਧ ਸੰਗਤ ਜੀ ਮਹਾਂਪੁਰਸ਼ ਘਰ ਵਿੱਚ ਆਏ। ਪੁੱਤਰ ਉਪੰਨਾ ਸਤਮਾ ਨਾਉ ਧਰਨ ਨੂੰ ਚਿੱਤ ਉਮਹਿਆ। ਘਰ ਦੇ ਵਿੱਚ 7ਵਾਂ ਪੁੱਤਰ ਜਿਸ ਸਮੇਂ ਹੋਣਾ ਸੀ, ਮਹਾਂਪੁਰਸ਼ਾਂ ਦੇ ਅੱਗੇ ਹੱਥ ਜੋੜ ਕੇ ਕਹਿੰਦੇ ਹਨ ਦੋਨੋਂ ਜੀ, ਮਹਾਰਾਜ ਉਮਰ ਲੰਘ ਗਈ ਹੈ, ਆਪ ਕਿਰਪਾ ਕਰੋ। ਕਿਉਂਕਿ ਸਾਧ ਸੰਗਤ ਜੀ ਥੋੜਾ ਵੇਦ ਸ਼ਾਸਤਰਾਂ ਦੇ ਗਿਆਨ ਹੋਣ ਕਰਕੇ ਪਤਾ ਲੱਗ ਰਿਹਾ ਸੀ ਨਾਲ ਦੇ ਨਾਲ, ਪਰ ਮਨ ਸਮਰੱਥਾ ਨਹੀਂ ਸੀ ਜੁਟਾ ਰਿਹਾ ਕਿ ਮੈਂ ਵਾਪਸ ਮੁੜ ਜਾਵਾਂ। ਫਿਰ ਹਜੂਰ ਨੇ ਕਿਰਪਾ ਕੀਤੀ। ਮਹਾਂਪੁਰਸ਼ ਕਹਿੰਦੇ ਹਨ ਜਿਸ ਸਮੇਂ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਵੇਗਾ, ਸਾਧ ਸੰਗਤ ਜੀ ਉਸ ਦਾ ਨਾਮ ਨਾਰਾਇਣ ਰੱਖੀ ਅਜਾਮਲ। ਉਸ ਨੇ ਆਪਣੇ ਪੁੱਤਰ ਦਾ ਨਾਮ ਅਜਾਮਲ ਭਾਵ ਨਾਰਾਇਣ ਰੱਖਿਆ। ਜਿਸ ਸਮੇਂ ਸਾਧ ਸੰਗਤ ਜੀ ਅੰਤਲਾ ਸਮਾਂ ਆਇਆ, ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਲੋਚਨ ਵੈ ਨਰ ਮੁਕਤਾ, ਪੀਤਾੰਬਰ ਵਾਕੈ ਹਿਰਦੈ ਬਸੈ। ਹਜੂਰ ਦੀ ਗੁਰਬਾਣੀ ਗਵਾਹੀ ਦਿੰਦੀ ਹੈ ਸਾਧ ਸੰਗਤ ਜੀ, ਜੇ ਅੰਤਲੇ ਸਮੇਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਚੇਤੇ ਆ ਜਾਵੇ, ਮਹਾਰਾਜ ਜੀ ਕਹਿੰਦੇ ਹਨ ਉਹ ਮੁਕਤ ਹੋ ਜਾਂਦਾ ਹੈ। ਆਪਣੇ ਛੋਟੇ ਪੁੱਤਰ ਵਿੱਚ ਮੋਹ ਹੋਣ ਕਰਕੇ ਆਪਣੇ ਪੁੱਤਰ ਨੂੰ ਵਾਜਾ ਮਾਰਦਾ ਹੈ। ਜਦੋਂ ਜਮ ਦੇਖਦੇ ਹਨ ਨਾਰਾਇਣ ਨਾਰਾਇਣ, ਆਪਣੇ ਪੁੱਤਰ ਨੂੰ ਜਦੋਂ ਵਾਜਾ ਮਾਰਦਾ ਹੈ ਦੇਖਦਾ ਹੈ ਜਮ ਦੂਤਾਂ ਨੂੰ ਅੱਗ ਲੱਗਦੀ ਹੈ, ਦੂਰ ਭੱਜਦੇ ਨੇ। ਉਸ ਸਮੇਂ ਬਿਰਤੀ ਪੁੱਤਰ ਚੋਂ ਨਿਕਲ ਕੇ ਅਕਾਲ ਪੁਰਖ ਵਾਹਿਗੁਰੂ ਵਿੱਚ ਜਿਸ ਤਰ੍ਹਾਂ ਜਾ ਟਿਕੀ, ਹਰੀ ਅਕਾਲ ਪੁਰਖ ਵਾਹਿਗੁਰੂ ਨੇ ਦੇਖਿਆ ਹੁਣੇ ਪੁੱਤਰ ਨੂੰ ਨਹੀਂ ਸਾਨੂੰ ਯਾਦ ਕਰਦਾ ਹੈ। ਉਸੇ ਸਮੇਂ ਹੀ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋਇਆ ਇਹ ਅਜਾਮਲ। ਹਜੂਰ ਕਹਿੰਦੇ ਹਨ ਜਿਹਨੂੰ ਪਾਪੀ ਕਹਿੰਦੇ ਸੀ, ਵਾਹਿਗੁਰੂ ਦਾ ਨਾਮ ਜਪਣ ਨਾਲ ਜਾ ਕੋ ਸਿਮਰ ਅਜਾਮਲ ਉਦਰਿਓ, ਉਸ ਦਾ ਉਧਾਰ ਹੋ ਗਿਆ ਹੈ। ਗਣਕਾ ਹੂਗਤ ਪਾਈ, ਗਣਕਾ ਹੂਗਤ ਪਾਈ। ਸਾਧ ਸੰਗਤ ਜੀ ਇਹ ਜਨਕ ਰਾਜੇ ਦੇ, ਜਿਸ ਤਰ੍ਹਾਂ ਆਪ ਜੀਆਂ ਨੇ ਕੱਲ ਵੀ ਸ਼ਰਵਣ ਕੀਤਾ ਸੀ, ਜਨਕ ਰਾਜੇ ਦੇ ਦਰਬਾਰ ਵਿੱਚ ਇਹ ਗਣਕਾ ਕੰਮ ਕਰਿਆ ਕਰਦੀ ਸੀ। ਜਨਕ ਰਾਜੇ ਦੇ ਤੇਜ ਪ੍ਰਤਾਪ ਨੂੰ ਦੇਖ ਕੇ, ਸੁੰਦਰ ਸਰੂਪ ਨੂੰ ਦੇਖ ਕੇ ਇਸ ਦਾ ਮਨ ਸਾਧ ਸੰਗਤ ਜੀ ਵਿਸ਼ੇ ਫੋਰਦਾ ਸੀ। ਜਨਕ ਰਾਜਾ ਜਗਤ ਜਨਕ ਜੀ ਵੱਡੇ ਭਗਤ ਹੋਏ ਹਨ ਅਕਾਲ ਪੁਰਖ ਵਾਹਿਗੁਰੂ ਦੇ। ਜਿਸ ਸਮੇਂ ਦਰਬਾਰ ਦੇ ਵਿੱਚ ਮਹਾਨ ਵਿਦਵਾਨ ਆਇਆ ਕਰਦੇ ਸਨ, ਗਿਆਨੀ ਜਨ ਆਇਆ ਕਰਦੇ ਸਨ। ਰਾਜੇ ਜਨਕ ਦੇ ਦਰਬਾਰ ਵਿੱਚ ਆਤਮਾ ਜਿਸ ਤਰ੍ਹਾਂ ਸਤ ਹੈ, ਸਰੀਰ ਨਾਸਵੰਤ ਹੈ, ਤਤ ਦੇ ਗਿਆਨ ਦੀ ਕਥਾ ਚੱਲ ਰਹੀ ਸੀ। ਇਸ ਵੇਸ਼ਵਾ ਨੇ ਜਦੋਂ ਕਥਾ ਸੁਣੀ ਤੇ ਰਾਜੇ ਜਨਕ ਦੇ ਚਿਹਰੇ ਵੱਲ ਤੱਕਿਆ ਹੈ। ਜਿਸ ਸਮੇਂ ਰਾਜਾ ਜਨਕ ਕਥਾ ਸੁਣਦਾ ਹੈ ਉਸ ਦੇ ਚਿਹਰੇ ਤੇ ਲਾਲੀਆਂ ਚੜ੍ਹਦੀਆਂ ਹਨ, ਨੇਤਰਾਂ ਦੇ ਵਿੱਚ ਨਾਮ ਦੀ ਖੁਮਾਰੀ, ਹਿਰਦੇ ਦੇ ਵਿੱਚ ਸਤਿਗੁਰਾਂ ਦੇ ਚਰਨ। ਜਿਸ ਤਰ੍ਹਾਂ ਵੇਸ਼ਵਾ ਨੇ ਇਹਨੇ ਦੇਖੇ ਗਨਕਾ ਨੇ, ਇਸ ਦਾ ਮਨ ਸਾਧ ਸੰਗਤ ਜੀ ਵਿਸ਼ਿਆਂ ਤੋਂ ਹੀ ਮੁੜ ਗਿਆ, ਭਾਵ ਵਿਸ਼ੇ ਇਸ ਨੂੰ ਫੁਰਈ ਨਾ, ਭਜਨ ਬੰਦਗੀ ਵੱਲ ਲੱਗ ਗਏ। ਮਹਾਰਾਜ ਜੀ ਕਹਿੰਦੇ ਹਨ ਦੇਖ ਉਸ ਗਨਕਾ ਨੇ ਵੀ ਵਾਹਿਗੁਰੂ ਦਾ ਨਾਮ ਜਪ ਕੇ ਗਤੀ ਪਾ ਲਈ। ਗਨਕਾ ਹੂਗਤ ਪਾਈ। ਇਸੇ ਤਰ੍ਹਾਂ ਸਾਧ ਸੰਗਤ ਜੀ ਇੱਕ ਹੋਰ ਗਨਕਾ ਦਾ ਜ਼ਿਕਰ ਆਉਂਦਾ ਹੈ। ਜਿਸ ਸਮੇਂ ਸਾਧ ਸੰਗਤ ਜੀ ਕੁਝ ਜੋ ਚਲਾਕ ਭਾਵ ਜੋ ਸਾਧ ਸੰਗਤ ਜੀ ਸਾਧੂ ਮਹਾਤਮਾ ਵਾਹਿਗੁਰੂ ਇੱਕ ਸਨ, ਉਹਨਾਂ ਨੂੰ ਕੁਝ ਮੁੰਡਿਆਂ ਨੇ ਜਿਸ ਤਰ੍ਹਾਂ ਕਹਿ ਦਿੱਤਾ, ਬਰਖਾ ਪੈ ਰਹੀ ਸੀ। ਉਸ ਮਹਾਤਮਾ ਜੀਆਂ ਨੇ ਪੁੱਛਿਆ ਸੀ ਕਿ ਕੋਈ ਇੱਥੇ ਮੁਸਾਫਰਖਾਨਾ ਜਾਂ ਧਰਮਸ਼ਾਲਾ ਹੈਗੀ ਆਪ ਜੀਆਂ ਦੇ ਨਗਰ ਵਿੱਚ। ਉਸ ਸਮੇਂ ਸਾਧ ਸੰਗਤ ਜੀ ਉਹਨਾਂ ਨੇ ਚਲਾਕੀ ਨਾਲ ਕਹਿ ਦਿੱਤਾ ਵੇਸ਼ਵਾ ਦੁਆਰ ਵੱਲ ਹੱਥ ਕਰਕੇ ਕਿ ਮਹਾਤਮਾ ਉਹ ਜਾਓ ਧਰਮਸ਼ਾਲਾ ਹੀ ਹੈ। ਜਿਸ ਸਮੇਂ ਸਾਧੂ ਮਹਾਤਮਾ ਉਸ ਦੀ ਵੇਸ਼ਵਾ ਦੇ ਘਰ ਦੇ ਬਾਹਰ ਜਾ ਕੇ ਪੁੱਜੇ ਹਨ, ਅੱਗੋਂ ਵੇਸ਼ਵਾ ਨੇ ਜਿਸ ਤਰ੍ਹਾਂ ਤੱਕਿਆ,
ਚਿਹਰੇ ਤੇ ਤੇਜ ਪ੍ਰਤਾਪ ਹੈ, ਜਿਸ ਤਰ੍ਹਾਂ ਤੱਕਦੀ ਹੈ ਇਹਨਾਂ ਨੂੰ ਲੱਗਦਾ ਹੈ ਇਹ ਮਹਾਂਪੁਰਸ਼ ਗਲਤੀ ਨਾਲ ਮੇਰੇ ਦਰਬਾਰੇ ਤੇ ਆ ਗਏ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਉਸ ਵੇਸ਼ਵਾ ਦੇ ਭਾਗ ਜਾਗੇ ਸਨ, ਮਹਾਂਪੁਰਸ਼ਾਂ ਦੇ ਉਸਨੇ ਸਾਧ ਸੰਗਤ ਜੀ ਅੱਗੇ ਹੱਥ ਜੋੜ ਕੇ ਦਿਲ ਚੋਂ ਚੀਸ ਨਿਕਲੀ ਸੀ ਕਿ ਸਾਰੀ ਉਮਰ ਵਿਕਾਰਾਂ ਵਿੱਚ ਮਣਾ ਨਿਕਲ ਗਈ ਹੈ, ਮਹਾਂਪੁਰਸ਼ਾਂ ਦੇ ਚਰਨਾਂ ਤੇ ਢਹਿ ਪਈ। ਜਿਸ ਸਮੇਂ ਮਹਾਂਪੁਰਸ਼ਾਂ ਨੇ ਦੇਖਿਆ ਕਿ ਦੁਖੀ ਹੈ, ਉਸ ਸਮੇਂ ਤੋਤਾ ਦੇ ਕੇ ਉਪਦੇਸ਼ ਦਿੱਤਾ ਸੀ ਉਸ ਗਨਕਾ ਨੂੰ। ਜਿਸ ਸਮੇਂ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਇਸ ਦੀ ਗਵਾਹੀ ਦਿੰਦੇ ਹਨ, ਤੋਤੇ ਨੂੰ ਰਾਮ ਦਾ ਨਾਮ ਸੁਣਾਇਆ। ਹਰ ਰੋਜ਼ ਉਹ ਗਨਕਾ ਤੋਤੇ ਨੂੰ ਰਾਮ ਦਾ ਨਾਮ ਪੜ੍ਹਾਇਆ ਕਰੇ, ਨਾਲ ਆਪ ਪੜ੍ਹਦੀ ਹੁੰਦੀ ਸੀ। ਜਿਸ ਤਰ੍ਹਾਂ ਸਾਧ ਸੰਗਤ ਜੀ ਇੱਕ ਦਿਨ ਫਿਰ ਸੱਪ ਉਸ ਤੋਤੇ ਦੇ ਪਿੰਜਰੇ ਵਿੱਚ ਵੜ ਕੇ ਤੋਤੇ ਨੂੰ ਜਿਸ ਤਰ੍ਹਾਂ ਡੰਗ ਮਾਰ ਜਾਂਦਾ ਹੈ, ਉਸ ਦਿਨ ਵੇਸ਼ਵਾ ਕਹਿੰਦੀ ਹੈ, ਬੋਲ ਮਿੱਠੂ ਰਾਮ। ਉਹ ਬੋਲਦਾ ਨਹੀਂ, ਆਪਣਾ ਹੱਥ ਜਿਸ ਸਮੇਂ ਪਿੰਜਰੇ ਵਿੱਚ ਪਾਉਂਦੀ ਹੈ ਸੱਪ ਉਹਨੂੰ ਵੀ ਡੰਗ ਮਾਰ ਜਾਂਦਾ ਹੈ। ਅੰਤਲੇ ਸਮੇਂ ਦੇ ਵਿੱਚ ਮੁੱਖ ਵਿੱਚੋਂ ਰਾਮ ਦਾ ਨਾਮ ਨਿਕਲਦਾ ਹੈ, ਸਿੱਧਾ ਸਾਧ ਸੰਗਤ ਜੀ ਉਹਦਾ ਵੀ ਉਧਾਰ ਹੋ ਜਾਂਦਾ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਹਜੂਰ ਕਹਿੰਦੇ ਹਨ, ਦੇਖੋ ਅਜਾਮਲ ਪਾਪੀ ਉਹ ਵੀ ਇਸ ਨਾਮ ਦੇ ਜਪਣ ਕਰਕੇ ਸੰਸਾਰ ਤੋਂ ਉਸ ਦਾ ਉਧਾਰ ਹੋ ਗਿਆ ਹੈ। ਗਣਕਾ ਪਾਪਣ ਪਾਪਾਂ ਦਾ ਫਲ ਇੱਛਾ ਲਹਿਆ। ਜਿਸ ਤਰ੍ਹਾਂ ਪਾਪਾ ਦਾ ਗਲ ਵਿੱਚ ਹਾਰ ਹੀ ਪਰੋਇਆ ਸੀ ਗਣਕਾ ਨੇ, ਮਹਾਰਾਜ ਜੀ ਕਹਿੰਦੇ ਹਨ, ਦੇਖੋ ਜੇ ਤੇਰੇ ਮਨ ਵਿੱਚ ਆਉਂਦਾ ਹੈ ਸਾਰੀ ਉਮਰ ਮੈਂ ਪਾਪ ਕਰਦੇ ਬਤੀਤ ਕਰ ਦਿੱਤੀ ਹੈ, ਮਣਾ ਮੇਰੇ ਵਰਗੇ ਪਾਪੀ ਦਾ ਉਧਾਰ ਨਹੀਂ ਹੋ ਸਕਦਾ। ਹਜੂਰ ਕਹਿੰਦੇ ਹਨ, ਤੂੰ ਕਦੇ ਨਾਮ ਜਪਣ ਲਈ ਬੈਠ, ਇਹ ਤਾਂ ਜਪਿਆ ਹੀ ਪਤਾ ਲੱਗੂਗਾ ਕੈਸਾ ਸੁਖ ਮਿਲਦਾ ਹੈ ਜਦੋਂ ਗੁਰਸਿੱਖ ਪ੍ਰੇਮ ਵਾਲੇ ਨਾਮ ਜਪਣ ਲਈ ਬੈਠਦੇ ਹਨ। ਸਾਧ ਸੰਗਤ ਜੀ ਦੇਸ ਕਾਲ ਵਸਤੂ ਭੁੱਲ ਜਾਂਦੀ ਹੈ ਉਹਨਾਂ ਨੂੰ, ਕਿੱਥੇ ਬੈਠੇ ਹਾਂ ਪਤਾ ਨਹੀਂ ਲੱਗਦਾ, ਕਿਹੜਾ ਸਮਾਂ ਚੱਲ ਰਿਹਾ ਹੈ ਪਤਾ ਨਹੀਂ ਲੱਗਦਾ, ਕਿਹੜੀ ਜਗ੍ਹਾ ਕਿੱਥੇ ਬੈਠੇ ਹਾਂ, ਕੀ ਆਸ-ਪਾਸ ਹੈ। ਹਜੂਰ ਕਹਿੰਦੇ ਹਨ, ਅਕਹਿ ਰਸ ਵਿੱਚ ਚਲੇ ਜਾਂਦੇ ਹਨ, ਉਸ ਰਸ ਬਾਬਤ ਦੱਸਿਆ ਨਹੀਂ ਜਾ ਸਕਦਾ। ਤੂੰ ਸਾਡੀ ਕਹਿਣਾ ਮੰਨ, ਜੇ ਸਦਾ ਵਾਸਤੇ ਸੁਖ ਚਾਉਣਾ ਹੈ ਵਾਹਿਗੁਰੂ ਦੇ ਨਾਮ ਦਾ ਜਾਪ ਕਰਿਆ ਕਰ। ਹਰ ਜੈਸਾ ਪੁਰਖ ਨਾ ਲੱਭਈ, ਸਭ ਦੇਖਿਆ ਜਗਤ ਮੈਂ ਟੋਲੈ। ਹਰੀ ਵਰਗਾ ਸਾਧ ਸੰਗਤ ਜੀ ਸਾਨੂੰ ਪੁਰਖ ਨਹੀਂ ਲੱਭ ਸਕਦਾ। ਜੋ ਅਕਾਲ ਪੁਰਖ ਵਾਹਿਗੁਰੂ ਹਨ ਸਾਨੂੰ ਹਜੂਰ ਕਿਰਪਾ ਕਰਕੇ ਦੱਸਦੇ ਹਨ ਕਿ ਸਾਰਾ ਸੰਸਾਰ ਟੋਲ ਕੇ ਦੇਖ ਲਾ, ਕਿਸੇ ਨੂੰ ਵੀ ਸੁੱਖ ਨਹੀਂ ਜੇ ਹੈਗਾ। ਜਿੰਦੂ ਨਿਗਾਹ ਮਾਰੇਗਾ ਇੱਕ ਆਪਣਾ ਦੁੱਖ ਦੱਸੇਗਾ, ਅਗਲਾ ਤੈਨੂੰ ਦੱਸੇਗਾ ਉਹ ਤਾਂ ਹੋਰ ਵੀ ਤੇਰੇ ਨਾਲੋਂ ਜ਼ਿਆਦਾ ਦੁਖੀ ਹੈ। ਹਜੂਰ ਕਹਿੰਦੇ ਹਨ, ਹਰ ਕੋ ਨਾਮ ਸਦਾ ਸੁਖਦਾਈ, ਸਦਾ ਸੁਖ ਦੇਣ ਵਾਲਾ ਹਰੀ ਦਾ ਨਾਮ ਹੈ। ਰਹਾਉ ਵਿਸ਼ਰਾਮ ਦੇ ਕੇ ਸਾਧ ਸੰਗਤ ਜੀ ਹਜੂਰ ਜਿਸ ਤਰ੍ਹਾਂ ਅੱਗੇ ਕਿਰਪਾ ਕਰਦੇ ਹਨ। ਪੰਚਾਲੀ ਕੋ ਰਾਜ ਸਭਾ ਮੈਂ, ਇਹ ਪੰਚਾਲੀ ਜੋ ਸਾਧ ਸੰਗਤ ਜੀ ਪੰਚਾਲ ਨਰੇਸ਼ ਦੀ ਪੁੱਤਰੀ ਰਾਜੇ ਦ੍ਰੋਪਦ ਦੀ ਸਾਧ ਸੰਗਤ ਜੀ ਪੁੱਤਰੀ ਦ੍ਰੋਪਦੀ ਦਾ ਇੱਥੇ ਜ਼ਿਕਰ ਆਉਂਦਾ ਹੈ। ਜੇ ਸਮਾਂ ਪੰਚਾਲੀ ਕੋ ਰਾਜ ਸਭਾ ਮੈਂ, ਜਿਸ ਤਰ੍ਹਾਂ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ, ਅੰਦਰ ਸਭਾ ਦੁਸ਼ਾਸਨੈ ਮੱਥੇ ਵਾਲ ਦ੍ਰੋਪਦੀ ਆਂਦੀ। ਜਿਸ ਤਰ੍ਹਾਂ ਸਾਧ ਸੰਗਤ ਜੀ ਦੁਸ਼ਾਸਨ ਨੇ ਕੇਸਾਂ ਤੋਂ ਪਕੜ ਕੇ ਮੱਥੇ ਤੋਂ, ਜਿਸ ਤਰ੍ਹਾਂ ਇਸ ਦ੍ਰੋਪਦੀ ਨੂੰ ਸਾਧ ਸੰਗਤ ਜੀ ਰਾਜ ਸਭਾ ਵਿੱਚ ਲੈ ਕੇ ਆਂਦਾ ਸੀ। ਉਹ ਸਾਧ ਸੰਗਤ ਜੀ ਉਸ ਸਮੇਂ ਦੀ ਰਾਜ්‍ය ਸਭਾ ਸੀ, ਕੋਈ ਆਮ ਸਭਾ ਨਾ ਸੀ। ਜਿਸ ਤਰ੍ਹਾਂ ਅੱਜ ਕੱਲ੍ਹ ਸਾਧ ਸੰਗਤ ਜੀ ਕਿਹਾ ਜਾਂਦਾ ਹੈ ਹਿੰਦੁਸਤਾਨ ਦਾ ਜਿਸ ਤਰ੍ਹਾਂ ਪਾਰਲੀਮੈਂਟ, ਉਸ ਭਾਰਤ ਵੰਸ਼ ਦੀ ਜਿਸ ਤਰ੍ਹਾਂ ਰਾਜ ਸਭਾ ਦੇ ਵਿੱਚ ਇਸ ਦ੍ਰੋਪਦੀ ਨੂੰ ਲੈ ਕੇ ਆਂਦਾ ਸੀ। ਦੂਤਾਂ ਨੂੰ ਫਰਮਾਇਆ ਨੰਗੀ ਕਰੋ, ਪੰਚਾਲੀ ਬਾਂਦੀ। ਕਹਿੰਦੇ ਹਨ ਇਸ ਦੇ ਬਸਤਰ ਲਾ ਦਿੱਤੇ ਜਾਣ, ਜਿਸ ਤਰ੍ਹਾਂ ਇਸ ਨੂੰ ਨੰਗੇਜ ਕਰ ਦਿੱਤਾ ਜਾਵੇ। ਸਾਧ ਸੰਗਤ ਜੀ ਮਹਾਰਾਜ ਪਾਂਡਵ ਦੀ ਕੁਲ ਵਧੂ ਸੀ ਇਹ ਦ੍ਰੋਪਦੀ, ਤੇ ਧ੍ਰਿਤਰਾਸ਼ਟ ਜਿਸ ਦਾ ਵੱਡਾ ਭਰਾ। ਸਾਧ ਸੰਗਤ ਜੀ ਇਹ ਅੱਖਾਂ ਤੋਂ ਅੰਨਾ ਸੀ। ਇਸ ਦਾ ਪੁੱਤਰ ਦੁਰਯੋਧਨ ਜਿਸ ਦੇ ਮੋਹ ਵਿੱਚ ਇਹ ਅੱਖਾਂ ਤੋਂ ਅੰਨਾ ਹੋ ਚੁੱਕਿਆ ਸੀ। ਜਿਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਕਹਿੰਦੀ ਹੈ, ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਡੇ ਲਾਗੀ। ਜਿਸ ਤਰ੍ਹਾਂ ਸਾਧ ਸੰਗਤ ਜੀ ਪਿੱਛੇ ਜ਼ਿਕਰ ਆਉਂਦਾ ਹੈ ਕਿ ਇੰਦਰਪ੍ਰਸਥ ਇੱਕ ਮਹਿਲ ਬਣਾਇਆ ਸੀ ਇਹਨਾਂ ਪਾਂਡਵਾਂ ਨੇ। ਜਿਸ ਤਰ੍ਹਾਂ ਉਸ ਦੇ ਵਿੱਚ ਇਹ ਵਿਸ਼ੇਸ਼ਤਾ ਸੀ, ਜਿਸ ਜਗ੍ਹਾ ਤੇ ਸਾਧ ਸੰਗਤ ਜੀ ਧਰਤੀ ਸੀ ਉਥੇ ਭਾਵ ਜਲ ਹੋਇਆ ਕਰਦਾ ਸੀ। ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਜਿੱਥੇ ਜਲ ਸੀ ਉਥੇ ਧਰਤੀ। ਜੋ ਦੁਰਯੋਧਨ ਸੀ ਜਿਸ ਸਮੇਂ ਤੁਰਿਆ ਧਰਤੀ ਜਾਣ ਕੇ ਪੈਰ ਰੱਖਿਆ, ਪਰ ਟੋਏ ਵਿੱਚ ਡਿੱਗ ਪਿਆ ਜਲ ਵਾਲੇ।
ਉਸ ਸਮੇਂ ਦ੍ਰੋਪਦੀ ਨੇ ਮਜ਼ਾਕ ਨਾਲ ਜਿਸ ਤਰ੍ਹਾਂ ਇਸ ਨੂੰ ਹੱਸ ਕੇ ਕਿਹਾ ਕਿ ਅੰਨੇ ਦਾ ਪੁੱਤਰ ਰਿਹਾ ਅੰਨਾ, ਇਸ ਨੇ ਆਪਣੇ ਮਨ ਵਿੱਚ ਉਹ ਗੱਲ ਰੱਖ ਲਈ। ਤਾਂ ਅੱਜ ਸਾਧ ਸੰਗਤ ਜੀ, ਜਿਸ ਸਮੇਂ ਪਾਂਡਵ ਜੂਏ ਵਿੱਚ ਹਾਰ ਗਏ ਹਨ ਦ੍ਰੋਪਦਾ ਨੂੰ, ਇਸ ਨੂੰ ਜਿਸ ਤਰ੍ਹਾਂ ਬਦਲਾ ਲੈਣ ਲਈ ਦੁਰਯੋਧਨ ਨੇ ਸੱਦਿਆ ਹੈ, ਸਾਧ ਸੰਗਤ ਜੀ ਉਹ ਕੋਈ ਆਮ ਸਭਾ ਨਹੀਂ। ਭਾਰਤ ਵੰਸ਼ ਤੋਂ ਸਾਰਾ ਵਿਸ਼ਵ ਮਰਿਆਦਾ ਸਿੱਖਦਾ ਹੈ, ਉਹਨਾਂ ਦੀ ਕੁੱਲ ਵਧੂ ਹੈ। ਉਸ ਸਭਾ ਦੇ ਵਿੱਚ ਕੌਣ ਕੌਣ ਬੈਠਿਆ ਹੈ? ਸਭ ਤੋਂ ਪਹਿਲਾਂ ਬੈਠੇ ਹਨ ਗੰਗਾ ਪੁੱਤਰ ਭੀਸ਼ਮ ਪਿਤਾਮਾ, ਜਿਨ੍ਹਾਂ ਦੀ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ, ਸੋਈ ਨਾਮ ਸਿਮਰ ਗੰਗੇਵ ਪਿਤਾਮਹ, ਚਰਨ ਚਿਤ ਅੰਮ੍ਰਿਤ ਰਸਿਆ। ਗੰਗਾ ਪੁੱਤਰ ਭੀਸ਼ਮ ਦੇ ਵਿੱਚ ਸਾਧ ਸੰਗਤ ਜੀ ਹਜੂਰ ਦੇ ਚਰਣਾ ਕਮਲਾਂ ਦਾ ਅੰਮ੍ਰਿਤ ਰਸਦਾ ਹੈ। ਉਹਨਾਂ ਦੀ ਰਸਨਾ ਤੇ ਐਸੇ ਸ਼ਸਤਰ ਦੇ ਵਿਦਿਆ ਦੇ ਧਨੀ ਹਨ। ਜਿਸ ਸਮੇਂ ਦ੍ਰੋਪਦੀ ਨੇ ਦੇਖਿਆ ਹੈ ਕਿ ਇਹਨਾਂ ਦੇ ਅਸਤਰ ਸ਼ਸਤਰ ਮੇਰੀ ਰੱਖਿਆ ਕਰਨਗੇ, ਕੌਣ ਹੁੰਦਾ ਹੈ ਦੁਸ਼ਾਸਨ ਜੋ ਮੇਰੇ ਕੇਸਾਂ ਨੂੰ ਹੱਥ ਪਾਵੇ? ਸਾਧ ਸੰਗਤ ਜੀ ਉਸ ਸਮੇਂ ਰਾਜ ਦੇ ਵਿੱਚ ਬੱਝੇ ਹੋਏ, ਕਿਉਂਕਿ ਇਹਨੇ ਸਹੁੰ ਖਾਧੀ ਸੀ ਗੰਗਾ ਪੁੱਤਰ ਜਿਸ ਤਰ੍ਹਾਂ ਨੇ ਕਿ ਮੈਂ ਸਹੁੰ ਖਾਨਾ ਹਾਂ, ਇਸ ਦਰਬਾਰ ਦੇ ਮੈਂ ਅਧੀਨ ਰਹਾਂਗਾ। ਇਸੇ ਕਰਕੇ ਬਾਜਾਂ ਵਾਲੇ ਪਿਤਾ ਜੀਆਂ ਨੇ ਸਾਧ ਸੰਗਤ ਜੀ ਖਾਲਸੇ ਨੂੰ ਜੂਆ ਖੇਡਣ ਤੋਂ ਤੇ ਸਹੁੰ ਖਾਣ ਤੋਂ ਮਨਾ ਕੀਤਾ ਹੈ। ਸਹੁੰ ਵਿੱਚ ਬੱਝਾ ਹੋਇਆ ਸਾਧ ਸੰਗਤ ਜੀ ਦੁਰਯੋਧਨ ਦੇ ਅੱਗੇ ਸੀਸ ਝੁਕਾ ਲਿਆ ਸੀ। ਜਿਸ ਸਮੇਂ ਦ੍ਰੋਪਦੀ ਨੇ ਦੇਖਿਆ ਇਹਦੇ ਸ਼ਸਤਰ ਅਸਤਰ ਮੇਰੀ ਰੱਖਿਆ ਕਰਨਗੇ, ਅੱਜ ਦੇ ਸਮੇਂ ਦੇ ਵਿੱਚ ਇਹਨਾਂ ਵਰਗਾ ਕੋਈ ਤੇਜ ਪ੍ਰਤਾਪੀ ਮਹਾਂਪੁਰਸ਼ ਨਹੀਂ ਹੈਗਾ। ਗੰਗਾ ਪੁੱਤਰ ਸਾਧ ਸੰਗਤ ਜੀ ਭੀਸ਼ਮ ਪਿਤਾਮਾ ਨੇ ਉਸ ਸਮੇਂ ਪਿਤਾਮਾ ਲੱਗਦੇ ਹਨ ਦ੍ਰੋਪਦੀ ਦੇ, ਨੇਤਰ ਝੁਕਾਲੇ ਸੀ। ਉਸ ਤੋਂ ਬਾਅਦ ਉਸ ਸਭਾ ਦੇ ਵਿੱਚ ਬੈਠਾ ਸੀ ਦਰੋਣਾਚਾਰਿਆ। ਸਾਧ ਸੰਗਤ ਜੀ ਇਹਨੇ ਵੀ ਨੀਵੀਂ ਪਾ ਲਈ। ਜਿਸ ਸਮੇਂ ਦ੍ਰੋਪਦੀ ਨੇ ਦੇਖਿਆ ਸਾਧ ਸੰਗਤ ਜੀ, ਕਿਉਂਕਿ ਇਹ ਦੁਰਯੋਧਨ ਤੋਂ ਤਨਖਾਹ ਲੈਂਦਾ ਸੀ, ਇਸ ਕਰਕੇ ਇਹਨੇ ਵੀ ਨੀਵੀਂ ਪਾ ਲਈ। ਉੱਥੇ ਬੈਠੇ ਹਨ ਕਿਰਪਾਚਾਰਿਆ, ਜੋ ਕੁੱਲ ਗੁਰੂ ਹਨ ਇਹਨਾਂ ਦੇ। ਸਾਧ ਸੰਗਤ ਜੀ ਭਾਰਤ ਵੰਸ਼ ਦੀ ਜੋ ਜਿੰਨੇ ਮਰਿਆਦਾ ਦੱਸਦਾ ਹੈ, ਜੋ ਕਿ ਕੀ ਮਰਿਆਦਾ ਹੈ, ਉਸ ਸਮੇਂ ਸਾਧ ਸੰਗਤ ਜੀ ਦੁਰਯੋਧਨ ਦੇ ਅੱਗੇ ਉਹਨੇ ਵੀ ਨੀਵੀਂ ਪਾਲੀ। ਇਹ ਮਰਿਆਦਾ ਹੈ ਭਾਰਤ ਵੰਸ਼ ਦੀ ਕਿ ਕੁੱਲ ਵਧੂ ਨੂੰ ਰਾਜ්य ਸਭਾ ਦੇ ਵਿੱਚ ਨੰਗੇਜ ਕੀਤਾ ਜਾਵੇ। ਉਸ ਸਮੇਂ ਜਿਸ ਸਮੇਂ ਦ੍ਰੋਪਦੀ ਨੇ ਐਸੇ ਬਚਨ ਕਹੇ ਤਾਂ ਸਾਧ ਸੰਗਤ ਜੀ ਕਿਰਪਾਚਾਰਿਆ ਦੀ ਵੀ ਨੀਵੀਂ ਪੈ ਗਈ। ਉਸ ਤੋਂ ਉਪਰੰਤ ਬੈਠਾ ਹੈ ਧ੍ਰਿਤਰਾਸ਼ਟ, ਜੋ ਜੇਸ਼ਟ ਪਿਤਾਮਾ ਹੈ, ਜੋ ਉਸ ਸਮੇਂ ਰਾਜਾ ਹੈ, ਅੱਖਾਂ ਤੋਂ ਅੰਨਾ ਹੈ ਤੇ ਪੁੱਤਰ ਮੋਹ ਦੇ ਵਿੱਚ ਵੀ ਅੰਨਾ ਹੋ ਚੁੱਕਾ ਹੈ। ਜਿਸ ਸਮੇਂ ਦ੍ਰੋਪਦਾ ਨੇ ਦੇਖਿਆ ਹੈ कि इस समय पंचाली को राज सभा में धन श्री गुरु तेग बहादुर साहब जी महाराज जिस तरह कृपा कर रहे हैं कि राज सभा विच उन्हें देखिया कि हुण मेरी कोई रखिया नहीं कर सकता। भाई गुरदास जी फरमाउंदे हन, अखी मीट ध्यान धर हा हा कृष्ण करै बिल लांदी। अखा मीट के ध्यान धरिया है, देख लिया है मेरे पंजे जो पति हन पांडव उन्हां ने भी साध संगत जी नीवियां पा चुके हन क्योंकि वो हार चुके सी। महाराज जी कहते हैं अखां मीट के हिरदे तो अरदास निकली, भगवान श्री कृष्ण जियां नूं याद किया है। द्रौपदी ने हब्बे साब कुड़ावे डिठे, सारे साक देख ले हन संसार दे कि मेरी हुण पत ढकण वाला इस संसार दे विच जिन्हां दे शस्त्रां दीयां मिसालां दित्तियां जांदियां हन कोई नहीं हैगा। उस समय तो पल्ले तैडे लागी। महाराज जी हुण आप जियां दा ही आसरा है। उस समय साध संगत जी अरदास करदी है, हरजू राख ले हो पत मेरी। राम नाम सुधियाई। साध संगत जी उस सभा दे विच राम दे नाम दी सुध आई है। अकाल पुरख वाहिगुरु नूं इस द्रौपदी ने याद कीता है। कपड़ कोट असारियन थके दूत ना पार वसांदी। जिस समय दूतां नूं फरमाया सी उस दुर्योधन ने, साध संगत जी जिस समय वस्त्र लाउण लगे हन भाई गुरदास जी साध संगत जी इस दी गवाही दिंदे हन। धन श्री गुरु गोबिंद सिंह साहब जी महाराज श्री दसम ग्रंथ साहब जी महाराज विच गवाही दिंदे हन। हजूर धन श्री गुरु तेग बहादुर साहब जी महाराज इस ते मोहर ला रहे हन। राज सभा में राम नाम सुध आई। जिस समय सुध आई तां जिस समय उस दे वस्त्र लाउण लगे हन जम दूत थक चुके हन। साध संगत जी पर कपड़ा मुक ही नहीं रहा। अकाल पुरख वाहिगुरु दी प्रतख शक्ति उन्होंने जिस समय तकी है, जिस तरह साध संगत जी
ਪਤ ਨਾ ਸੀ ਰੱਖੀ ਅਕਾਲ ਪੁਰਖ ਵਾਹਿਗੁਰੂ ਨੇ ਰੱਖੀ ਸੀ। ਜਿਸ ਸਮੇਂ ਦਿਲ ਤੋਂ ਚੀਸ ਨਿਕਲੀ ਹੈ, ਹਜੂਰ ਕਹਿੰਦੇ ਹਨ ਉਹ ਰਾਜ ਸਭਾ ਸੀ। ਮੁੱਢਲੇ ਸਾਧ ਸੰਗਤ ਜੀ ਨਿਯਮ ਚਾਹੀਦੇ ਹਨ ਜਦੋਂ ਬੰਦਗੀ ਕਰੇ, ਪਰ ਸਾਧ ਸੰਗਤ ਜੀ ਜਦੋਂ ਪ੍ਰੇਮ ਨਾਲ ਚੀਜ਼ ਨਿਕਲਦੀ ਹੈ, ਚਾਹੇ ਉਹ ਰਾਜ ਸਭਾ ਹੋਏ ਚਾਹੇ ਜੰਗਲ, ਜਿੱਥੇ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ ਜਾਵੇ, ਅਕਾਲ ਪੁਰਖ ਵਾਹਿਗੁਰੂ ਜ਼ਰੂਰ ਪਤ ਢੱਕਦੇ ਹਨ। ਹਜੂਰ ਦੀ ਬਾਣੀ ਗਵਾਹੀ ਦਿੰਦੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਪਿੱਛੇ ਜ਼ਿਕਰ ਆਉਂਦਾ ਹੈ, ਜਿਸ ਸਮੇਂ ਦੁਰਵਾਸਾ ਰਿਸ਼ੀ ਜੋ ਸਾਧ ਸੰਗਤ ਜੀ ਜਿਸ ਸਮੇਂ ਇਸ਼ਨਾਨ ਕਰ ਰਹੇ ਸਨ, ਉਹਨਾਂ ਦਾ ਲੰਗੋਟ ਜਲ ਵਿੱਚ ਜਿਸ ਤਰ੍ਹਾਂ ਸਾਧ ਸੰਗਤ ਜੀ ਵਹਿ ਜਾਂਦਾ ਹੈ, ਉਸ ਸਮੇਂ ਸਾਧ ਸੰਗਤ ਜੀ ਉਹ ਬਾਹਰ ਨਹੀਂ ਨਿਕਲਦੇ। ਇਹ ਦ੍ਰੋਪਦਾ ਉਸ ਸਮੇਂ ਉੱਥੋਂ ਲੰਘ ਰਹੀ ਸੀ। ਇਸ ਨੇ ਨਾ ਆਪਣੇ ਪੱਲੂ ਵਾਲਾ ਕੱਪੜਾ ਪਾੜ ਕੇ ਉਸ ਦੁਰਵਾਸਾ ਰਿਸ਼ੀ ਨੂੰ ਦਿੱਤਾ ਹੈ, ਜੋ ਬੜੇ ਮਹਾਨ ਰਿਸ਼ੀ ਹਨ। ਉਸ ਸਮੇਂ ਰਿਸ਼ੀ ਨੇ ਵਰ ਦਿੱਤਾ ਸੀ, ਤੇਰੇ ਇਸ ਪੱਲੂ ਦੀ ਕੀਮਤ ਚੁਕਾ ਦਿਆਂਗੇ ਅਸੀਂ। ਤਾਂ ਸਾਧ ਸੰਗਤ ਜੀ ਅੱਜ ਉਹ ਕੀਤੇ ਹੋਏ ਪਰਉਪਕਾਰ ਰਾਜ ਸਭਾ ਦੇ ਵਿੱਚ ਜਦੋਂ ਵਾਹਿਗੁਰੂ ਨੂੰ ਯਾਦ ਕੀਤਾ, ਤਾਂ ਸਾਧ ਸੰਗਤ ਜੀ ਕੱਪੜਾ ਮੁੱਕਣ ਤੇ ਨਾ ਆਇਆ। ਮਹਾਰਾਜ ਜੀ ਕਹਿੰਦੇ ਹਨ, ਅਕਾਲ ਪੁਰਖ ਦਾ ਵਾਹਿਗੁਰੂ ਦਾ ਨਾਮ ਕਿਸ ਜਗ੍ਹਾ ਤੇ ਵੀ ਬੰਦਾ ਯਾਦ ਕਰੇ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇਗ ਬਹਾਦਰ ਸਿਮਰਿਆ, ਕਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਸਭ ਥਾਈ ਤੋਂ ਭਾਵ ਸਰ ਲੋਕ ਪਰਲੋਕ ਵਿੱਚ ਮਹਾਰਾਜ ਜੀਆਂ ਦਾ ਨਾਮ ਹੀ ਕਾਫੀ ਹੈ ਪਾਰ ਉਤਾਰਾ ਕਰਨ ਵਾਸਤੇ। ਤਾਕੋ ਦੁਖ ਹਰਿਓ ਕਰੁਣਾ ਮੈਂ। ਮਹਾਰਾਜ ਜੀ ਕਹਿੰਦੇ ਹਨ ਕਰੁਣਾ ਮੈਂ, ਜੋ ਕਿਰਪਾਲੂ ਜਿਸ ਨੂੰ ਕਿਰਪਾ ਕਰਨ ਦੀ ਆਦਤ ਹੈ ਅਕਾਲ ਪੁਰਖ ਵਾਹਿਗੁਰੂ ਨੇ, ਉਸ ਪੰਚਾਲੀ ਦਾ ਸਾਧ ਸੰਗਤ ਜੀ ਪੰਚਾਲੀ ਤੋਂ ਭਾਵ ਕਿ ਜੋ ਪੰਜਾਂ ਪਾਂਡਵਾਂ ਦੀ ਜੋ ਭਾਵ ਇਸਤਰੀ ਸੀ ਜਾਂ ਪੰਚਾਲ ਦੇਸ਼ ਦੇ ਨਰੇਸ਼ ਦੀ ਪੁੱਤਰੀ, ਮਹਾਰਾਜ ਜੀ ਕਹਿੰਦੇ ਹਨ ਉਸ ਦਾ ਦੁੱਖ ਅਕਾਲ ਪੁਰਖ ਵਾਹਿਗੁਰੂ ਨੇ ਤੋੜ ਦਿੱਤਾ। ਆਪਣੀ ਪਹਿਜ ਵਡਾਈ। ਪ੍ਰਤੱਖ ਨਾਮ ਦੀ ਸ਼ਕਤੀ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਉੱਥੇ ਪ੍ਰਗਟ ਕਰਕੇ ਦਿਖਾ ਦਿੱਤੀ। ਪੰਚਾਲੀ ਕੋ ਰਾਜ ਸਭਾ ਮੈਂ। ਇਸੇ ਤਰ੍ਹਾਂ ਸਾਧ ਸੰਗਤ ਜੀ ਪੰਚ ਆਲੀ ਭਾਵ ਜੋ ਇਹ ਪੰਜਾਂ ਤੱਤਾਂ ਦਾ ਸਰੀਰ ਹੈ, ਆਲੀ ਭਾਵ ਜੋ ਇਹਨਾਂ ਦੀ ਸਹੇਲੀ ਬੁੱਧੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਅਗਿਆਨ ਰੂਪੀ ਦੁਰਜੋਧਨ ਹੈ, ਜੋ ਸਾਧ ਸੰਗਤ ਜੀ ਅਗਿਆਨ ਹੀ ਅੱਖਾਂ ਦੇ ਅੱਗੇ ਪਿਆ ਰਹਿੰਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਜੋ ਦੁਸ਼ਾਸਨ ਹੈ, ਜੋ ਕੇਸਾਂ ਤੋਂ ਪਕੜ ਕੇ ਇਹਦੀ ਬੇਪਤੀ ਕਰ ਰਿਹਾ ਹੈ, ਉਹ ਮੋਹ ਹੈ। ਮੋਹ ਦੇ ਵਿੱਚ ਜੀਵ ਸਾਧ ਸੰਗਤ ਜੀ ਇੱਕ ਦੂਜੇ ਦੇ ਮੋਹ ਦੇ ਵਿੱਚ ਹੀ ਪਾਗਲ ਹੋਏ ਹਨ, ਘਰ ਵੱਲ ਚੀਜ਼ਾਂ ਖਿੱਚਦੇ ਹਨ। ਤੇ ਦੂਤ ਕੌਣ ਹਨ ਉੱਥੇ ਖੜੇ? ਇਹ ਪੰਜ ਵਿਕਾਰ ਹਨ। ਮਹਾਰਾਜ ਜੀ ਕਹਿੰਦੇ ਹਨ ਪੰਚਾਲੀ ਕੋ ਰਾਜ ਸਭਾ ਮੈਂ, ਜੋ ਇਹ ਰਾਜ ਸਭਾ ਜੋ ਇਹ ਸਾਰਾ ਸੰਸਾਰ ਇੱਕ ਸਭਾ ਦੀ ਨਿਆਈ ਹੈ। ਅਗਿਆਨ ਰੂਪੀ ਦੁਰਜੋਧਨ, ਇਹ ਮੋਹ ਰੂਪੀ ਸਾਧ ਸੰਗਤ ਜੀ ਜੋ ਇਹ ਦੁਸ਼ਾਸਨ ਹੈ। ਪੰਜ ਵਿਕਾਰ ਦੂਤ, ਇਸ ਦੀ ਪੱਤ ਜਿਸ ਤਰ੍ਹਾਂ ਇਸ ਨੂੰ ਨੰਗੇਜ ਕਰ ਰਹੇ ਹਨ ਬੰਦੇ ਨੂੰ, ਇਸ ਨੂੰ ਸਾਧ ਸੰਗਤ ਜੀ ਪਤਾ ਹੀ ਨਹੀਂ ਲੱਗਦਾ ਜਿਸ ਤਰ੍ਹਾਂ ਇਸ ਬੁੱਧੀ ਦੇ ਵਿੱਚ ਕੀ ਚੱਲ ਰਿਹਾ ਹੈ। ਪ੍ਰੇਮ ਤੇ ਸ਼ਰਧਾ ਦੇ ਗੁਣ ਪੈਦਾ ਹੀ ਨਹੀਂ ਹੁੰਦੇ ਜੋ ਇਸ ਨੂੰ ਬਚਾ ਸਕਣ। ਹਜੂਰ ਕਹਿੰਦੇ ਹਨ ਇਸ ਦੀ ਬੇਪਤੀ ਹੋ ਰਹੀ ਹੈ। ਰਾਮ ਨਾਮ ਸੁਧ ਆਈ। ਜਿਸ ਸਮੇਂ ਰਾਮ ਦੇ ਨਾਮ ਦੀ ਸੁਧ ਆਈ ਹੈ ਪੰਚਾਲੀ ਨੂੰ, ਵਾਹਿਗੁਰੂ ਦਾ ਇਸ ਨੇ ਨਾਮ ਜਪਿਆ ਹੈ ਬੰਦੇ ਨੇ ਸਰੀਰ ਕਰਕੇ ਮਨ ਬੁੱਧੀ ਕਰਕੇ। ਹਜੂਰ ਕਹਿੰਦੇ ਹਨ ਭਗਤ ਜਨਾ ਕਾ ਲੂੰਗਰਾ ਓਢ ਨਗਣ ਨਾ ਹੋਈ। ਭਗਤ ਜਨਾਂ ਦੀ ਚਾਹੇ ਤਨ ਦੇ ਉੱਤੇ ਪਾਟੀ ਹੋਈ ਸਾਧ ਸੰਗਤ ਜੀ ਕੰਬਲੀ ਪਾਈ ਹੋਵੇ ਤਾਂ ਵੀ ਉਹ ਕਦੇ ਨੰਗੇ ਨਹੀਂ ਹੁੰਦੇ। ਇਸੇ ਤਰ੍ਹਾਂ ਸਾਕਤ ਸਿਰ ਪਾਉ ਰੇਸ਼ਮੀ ਪਹਿਰਤ ਪਤ ਖੋਈ। ਉਧਰ ਜੇ ਸਾਕਤ ਹੋਵੇ, ਮਹਾਰਾਜ ਜੀ ਕਹਿੰਦੇ ਹੁਣ ਚਾਹੇ ਰੇਸ਼ਮੀ ਪੋਸ਼ਾਕੇ ਪਾਏ ਹੋਣ ਉਸਨੇ ਮਹਿੰਗੇ, ਤਾਂ ਵੀ ਉਸ ਦੀ ਪਤ ਲੀਰੋ ਲੀਰ ਹੋਈ ਰਹਿੰਦੀ ਹੈ। ਸਾਧ ਸੰਗਤ ਜੀ ਵਿਸ਼ਿਆਂ ਨੇ ਸਾਧ ਸੰਗਤ ਜੀ ਇਸ ਬੰਦੇ ਦੀ ਪੱਤ ਨੂੰ ਲੀਰੋ ਲੀਰ ਕਰ ਦਿੱਤਾ ਹੈ। ਹਜੂਰ ਦੀ ਬਾਣੀ ਕਹਿੰਦੀ ਹੈ ਜੇ ਮਹਾਰਾਜ ਜੀਆਂ ਦੀ ਭਗਤੀ ਕਰਦਾ ਹੋਵੇ, ਕੱਲੇ ਸਰੀਰ ਤੇ ਪਾਟੀ ਹੋਈ ਕੰਬਲੀ ਹੋਵੇ, ਤਾਂ ਵੀ ਉਹਨਾਂ ਦੀ ਪੱਤ ਢੱਕੀ ਹੁੰਦੀ ਹੈ। ਤੇ ਜੋ ਇਹ ਬੰਦਾ ਹੈ ਇਸ ਦੇ ਤਾਂ ਕੱਪੜਿਆਂ ਦੇ ਵਿੱਚੋਂ ਹੀ ਇਸ ਦਾ ਨੰਗੇਜ ਨਜ਼ਰ ਆਉਂਦਾ ਹੈ। ਤਾਕੋ ਦੁਖ ਹਰਿਓ ਕਰਨਾ ਮੈਂ। ਜਿਸ ਸਮੇਂ ਇਸ ਬੰਦੇ ਨੇ ਯਾਦ ਕੀਤਾ ਹੈ ਮਹਾਰਾਜ ਜੀ ਇਹ ਅਗਿਆਨ ਮੇਰੀ ਬੇਪਤੀ ਕਰ ਰਿਹਾ ਹੈ, ਸਿਫਤ ਸ਼ਰਮ ਕਾ ਕੱਪੜਾ ਮੰਗੋ ਹਰ ਗੁਣ ਨਾਨਕ ਰਵਤ ਰਹਿ। ਉਸ ਸਮੇਂ ਬੰਦਾ ਅਰਦਾਸ ਕਰਦਾ ਹੈ ਮਹਾਰਾਜ ਜੀ ਆਪਣੀ ਸਿਫਤ ਦਾ, ਆਪਣੀ ਸਲਾਹ ਦਾ, ਮਹਾਰਾਜ ਜੀ ਸ਼ਰਮ ਦਾ ਕੱਪੜਾ ਬਖਸ਼ੋ ਅਤੇ ਆਪ ਜੀਆਂ ਦੇ ਨਾਮ ਦੀ
ਖੈਰ ਮਹਾਰਾਜ ਜੀ ਸਾਡੇ ਮੰਗਤਿਆਂ ਦੀ ਝੋਲੀ ਵਿੱਚ ਪਾ ਦਵੋ। ਆਪਣੀ ਪਹਿਜ ਵਡਾਈ। ਉਸ ਸਮੇਂ ਸਾਧ ਸੰਗਤ ਜੀ ਵਾਹਿਗੁਰੂ ਨੇ ਕੀ ਕੀਤਾ ਹੈ, ਇਸ ਨੂੰ ਸਿਫਤ ਤੇ ਸ਼ਰਮ ਦਾ ਕੱਪੜਾ ਬਖਸ਼ ਕੇ ਨਾਮ ਦੀ ਵਡਿਆਈ ਬਖਸ਼ੀ ਹੈ। ਸੀਸ ਤੇ ਦਸਤਾਰਾਂ ਬਖਸ਼ੀਆਂ ਹਨ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਸਿੱਖ ਹਨ। ਇਹਨਾਂ ਦੇ ਹੱਥ ਰਾਖਸ਼ ਨਹੀਂ ਬਣਨਗੇ, ਇਹ ਰੱਖਿਆ ਵਾਸਤੇ ਉੱਠਣਗੇ। ਮਹਾਰਾਜ ਜੀਆਂ ਦੇ ਗੁਰਸਿੱਖਾਂ ਨੇ ਇਹਨਾਂ ਵਿਕਾਰਾਂ ਨੂੰ ਚਿੱਤ ਕਰ ਲਿਆ ਹੈ। ਜਿਹ ਨਰ ਜਸ ਕਿਰਪਾ ਨਿਧ ਗਾਇਓ। ਹਜੂਰ ਫਰਮਾਉਂਦੇ ਹਨ, ਜਿਸ ਕਿਸੇ ਨਰ ਨੇ ਵੀ ਉਸ ਕਿਰਪਾ ਦੇ ਨਿਧ ਨਿਧਾਨ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਦਾ ਜਿਨੇ ਵੀ ਮਨ ਬਾਣੀ ਕਰਕੇ ਜਸ ਗਾਇਆ ਹੈ, ਤਾਕੋ ਪਇਓ ਸਹਾਈ। ਮਹਾਰਾਜ ਜੀ ਕਹਿੰਦੇ ਹਨ, ਦੱਸੋ ਭਲਾ ਕਿਹਨੂੰ ਨਹੀਂ ਸਹਾਈ ਹੋਇਆ ਵਾਹਿਗੁਰੂ। ਤੂੰ ਕਦੇ ਅਰਦਾਸ ਕੀਤੀ ਹੈ, ਮਨ ਤੋਂ ਦੇਖ ਝਾਤੀ ਮਾਰ ਕੇ ਸਭ ਕੁਝ ਮੰਗਦਾ ਹੈ, ਕਦੇ ਢਹਿ ਪਿਆ ਹੈ ਮਹਾਰਾਜ ਜੀ ਮੌਤ ਵੱਲ ਜਾ ਰਿਹਾ ਹਾਂ, ਬੰਦਗੀ ਦੀ ਦਾਤ ਹਜੂਰ ਝੋਲੀ ਵਿੱਚ ਪਾ ਦਵੋ। ਹਜੂਰ ਕਹਿੰਦੇ ਹਨ, ਤੂੰ ਕਦੇ ਮੰਗਿਆ ਹੈ? ਮਹਾਰਾਜ ਜੀ ਕਹਿੰਦੇ ਹਨ, ਮੰਗ ਕੇ ਦੇਖ, ਸਦਾ ਸੁਖ ਤੇਰੇ ਹਿਰਦੇ ਵਿੱਚ ਵਸ ਆਵੇਗਾ। ਜੇ ਸਦਾ ਸੁਖ ਚਾਹਣਾ ਹੈ, ਤੂੰ ਮੰਗਦਾ ਹੈ ਪੁੱਤਰ ਧੀਆਂ ਪ੍ਰਾਪਰਟੀ, ਜੋ ਮਹਾਰਾਜ ਜੀ ਕਹਿੰਦੇ ਹਨ ਉਹ ਵੀ ਦਿੰਦੇ ਹਨ ਹਜੂਰ। ਜਿਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਜੀ ਹਰ ਇੱਕ ਚੀਜ਼ ਦਿੰਦੇ ਹਨ, ਪਰ ਪਾ ਕੇ ਫਿਰ ਬੰਦਾ ਨਿਰਾਸ਼ ਦਾ ਨਿਰਾਸ਼ ਰਹਿੰਦਾ ਹੈ। ਹਜੂਰ ਕਹਿੰਦੇ ਹਨ ਇੱਥੇ, ਜਿਹੇ ਨਰ ਜਸ ਕਿਰਪਾ ਨਿਧ ਗਾਇਓ ਤਾਕੋ ਭਇਓ ਸਹਾਈ, ਉਸ ਨੂੰ ਵਾਹਿਗੁਰੂ ਸਹਾਈ ਹੁੰਦੇ ਹਨ। ਕਹੋ ਨਾਨਕ ਮੈਂ ਇਹ ਪਰੋਸੈ। ਜਿਸ ਤਰ੍ਹਾਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੋਹਰ ਲਾਉਂਦੇ ਹਨ, ਪਾਰ ਬ੍ਰਹਮ ਜੇ ਚੀਨ ਸੀ ਆਸਾ ਤੇ ਨਾ ਭਾਵ ਸੀ। ਜੇ ਅਕਾਲ ਪੁਰਖ ਵਾਹਿਗੁਰੂ ਦਾ ਤੂੰ ਭਜਨ ਕਰੇਂਗਾ, ਤੇਰੇ ਮਨ ਦੇ ਵਿੱਚ ਫਿਰ ਆਸਾ ਮਿਟ ਜਾਣਗੀਆਂ ਜੋ ਲੰਮੇ ਸਮੇਂ ਦੀਆਂ ਲੱਗੀਆਂ ਰਹਿੰਦੀਆਂ ਹਨ। ਕਹੋ ਨਾਨਕ ਮੈਂ ਇਹੀ ਭਰੋਸਾ। ਮਹਾਰਾਜ ਜੀ ਭਰੋਸਾ ਲੈ ਕੇ ਆਪ ਜੀਆਂ ਦੀ ਸ਼ਰਨ ਵਿੱਚ ਆਇਆ ਹਾਂ। ਅਜਾਮਲ ਵਰਗੀ ਮਹਾਰਾਜ ਜੀ ਹਾਲਤ ਹੈ। ਅਜਾਮਲ ਵੀ ਮਹਾਰਾਜ ਜੀ ਵੇਦਾਂ ਦਾ ਗਿਆਤਾ ਸੀ, ਪਰ ਉਸਨੇ ਕਮਾਈ ਨਾ ਸੀ ਕੀਤੀ। ਹਜੂਰ ਅਸੀਂ ਵੀ ਮਹਾਰਾਜ ਜੀ ਉੱਪਰੋਂ ਤਾਂ ਬਾਣੀ ਪੜ੍ਹ ਲੈਂਦੇ ਹਾਂ, ਪਰ ਹਜੂਰ ਕਮਾਈ ਨਹੀਂ ਹੈਗੀ। ਇਸੇ ਤਰ੍ਹਾਂ ਗਨਕਾ ਦੇ ਵਾਂਗੂ ਮਹਾਰਾਜ ਜੀ ਮਨ ਦੇ ਵਿੱਚ ਬੁਰੇ ਭਾਵ ਫੁਰਦੇ ਹਨ। ਹਜੂਰ ਦ੍ਰੋਪਦੀ ਵਾਂਗੂ ਪੰਚਾਲੀ ਵਾਂਗੂ ਹਜੂਰ ਹਿਰਦੇ ਚੋਂ ਕਦੇ ਅਰਦਾਸ ਹੀ ਨਹੀਂ ਨਿਕਲੀ। ਮਹਾਰਾਜ ਜੀ ਜਦੋਂ ਮੈਂ ਤੱਕਿਆ ਹੈ ਕਿ ਆਪ ਸ਼ਰਨ ਦੇਣ ਦੇ ਸਮਰੱਥ ਹੋ, ਹਜੂਰ ਚਿੱਤ ਚਿਤਵੋਂ ਅਰਦਾਸ ਕਹੋ ਪਰ ਕਹਿ ਪੈ ਨਾ ਸਕੋ। ਹਜੂਰ ਸਾਡੇ ਚਿੱਤ ਦੇ ਵਿੱਚ ਮਹਾਰਾਜ ਜੀ ਇੱਕ ਅਰਦਾਸ ਆਉਂਦੀ ਹੈ, ਮਨ ਤਾਂ ਕਰਦਾ ਹੈ ਕਹਾਂ, ਪਰ ਹਜੂਰ ਕਹਿ ਨਹੀਂ ਸਕਦਾ, ਕਿਉਂਕਿ ਮਹਾਰਾਜ ਜੀ ਆਪ ਜੀ ਅੰਤਰਜਾਮੀ ਹੋ। ਮੇਰੇ ਮਨ ਦੇ ਵਿੱਚ ਇੰਨੇ ਮਾੜੇ ਭਾਵ ਨੇ, ਆਪ ਜੀਆਂ ਦੇ ਅੱਗੇ ਆ ਕੇ ਹਜੂਰ ਹਿਆ ਨਹੀਂ ਪੈਂਦਾ ਕਹਿਣ ਦਾ, ਅਤੇ ਹਜੂਰ ਆਪ ਜੀਆਂ ਦੇ ਤੇਜ ਪ੍ਰਤਾਪ ਦੇ ਅੱਗੇ ਚਿੱਤ ਚਿਤਵੋਂ ਅਰਦਾਸ ਕਹੋ। ਹਜੂਰ ਕਹਿਣ ਨੂੰ ਜੀ ਕਰਦਾ ਹੈ, ਪਰ ਕਹਿ ਪੈ ਨਾ ਸਕੋ। ਸਰਬ ਚਿੰਤ ਤੁਧ ਪਾਸ ਸਾਧ ਸੰਗਤ ਹੋਂ ਤੱਕੋ। ਮਹਾਰਾਜ ਜੀ ਸਾਰੀਆਂ ਜੀਵਾਂ ਦੀਆਂ ਚਿੰਤਾਵਾਂ ਆਪ ਜੀਆਂ ਦੇ ਪਾਸ ਹੈ। ਹਜੂਰ ਮੈਂ ਆਪ ਜੀਆਂ ਦੀ ਸਾਧ ਸੰਗਤ ਵੱਲ ਜਦੋਂ ਤੱਕਦਾ ਹਾਂ, ਗੁਰਸਿੱਖ ਆਪਣੇ ਮਨ ਦੀ ਭਾਵਨਾ ਆਪ ਜੀਆਂ ਦੇ ਅੱਗੇ ਰੱਖਦੇ ਹਨ। ਮਹਾਰਾਜ ਜੀ ਗੁਰਸਿੱਖ ਆਪ ਜੀਆਂ ਨਾਲ ਆਪਣੇ ਮਨ ਦੀਆਂ ਗੱਲਾਂ ਕਰਦੇ ਹਨ। ਜੇ ਹਜੂਰ ਕਹਿ ਦੇਣ ਸਰਬ ਚਿੰਤ ਤੁਧ ਪਾਸ ਸਾਧ ਸੰਗਤ ਹੋਂ ਤੱਕੋ, ਗੁਰਸਿੱਖਾ ਦੱਸ ਆਪਣੇ ਮਨ ਦੀ ਹਾਲਤ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਹਿੰਦੇ ਹਨ, ਗੁਰਸਿੱਖਾ ਆਪਣੇ ਮਨ ਦੀ ਹਾਲਤ ਦੱਸ। ਤੇਰੇ ਹੁਕਮ ਪਵੈ ਨੀਸਾਨ ਤੋ ਕਰੋ ਸਾਹਿਬ ਕੀ ਸੇਵਾ। ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ, ਸਾਡੇ ਮੱਥੇ ਤੇ ਆਪ ਜੀਆਂ ਦੀ ਸੇਵਾ ਦਾ ਨਿਸ਼ਾਨ ਪੈ ਜਾਵੇ। ਸਾਡੇ ਮੱਥੇ ਤੇ ਮਹਾਰਾਜ ਜੀ ਆਪ ਜੀਆਂ ਦੀ ਬੰਦਗੀ ਦਾ ਨਿਸ਼ਾਨ ਪੈ ਜਾਵੇ। ਜਦੋਂ ਆਪ ਜੀਆਂ ਦੇ ਗੁਰਸਿੱਖਾਂ ਵੱਲ ਤੱਕਦਾ ਹਾਂ ਹਜੂਰ, ਆਪ ਜੀਆਂ ਨੇ ਰਾਜਿਆਂ ਨੂੰ ਪੁੱਤਰ ਦੇ ਛੱਡੇ ਹਨ। ਜਿਸ ਤਰ੍ਹਾਂ ਮਾਤਾ ਬਲਾਕੀ ਦਾਸ ਦੀ ਯਾਦ ਕਰਦੀ ਸੀ, ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਜਿਸ ਤਰ੍ਹਾਂ ਉਸਨੇ ਪ੍ਰੇਮ ਦੇ ਵਿਛੋਨੇ ਵਿਛਾਏ ਸੀ। ਮਹਾਰਾਜ ਜੀ ਤੇਰੇ ਹੁਕਮ ਪਵੈ ਨੀਸਾਨ। ਅਸੀਂ ਵੀ ਚਾਚੇ ਫੱਗੂ ਵਾਂਗੂ ਆਪ ਜੀਆਂ ਦੀ ਸੇਵਾ ਕਰੀਏ, ਜਿਨ੍ਹਾਂ ਨੇ ਆਪ ਜੀਆਂ ਦੇ ਦਰਸ਼ਨ ਕੀਤੇ। ਮਹਾਰਾਜ ਜੀ ਪੁਲਕਾਤ ਅਵਸਥਾ ਵਿੱਚ ਚਲੇ ਗਏ ਹਨ। ਮਹਾਰਾਜ ਜੀ ਭਾਈ ਮੀਹਾਂ ਜੀ ਵਰਗੇ ਗੁਰਸਿੱਖ ਸੇਵਾ ਕਰਦੇ ਹਨ। ਆਪ ਕਹਿੰਦੇ ਹੋ ਭਾਈ
ਮੀਹਾਂ, ਗੁਰ ਸਿੱਖੀ ਦਾ ਤੂੰ ਮੀਂਹ ਪਾਵੇਂਗਾ। ਮਹਾਰਾਜ ਜੀ ਤੇਰੇ ਹੁਕਮ ਪਵੈ ਨੀਸਾਨ, ਤੋ ਕਰੂੰ ਸਾਹਿਬ ਕੀ ਸੇਵਾ। ਜਬ ਗੁਰ ਦੇਖੈ ਸੁਭ ਦ੍ਰਿਸ਼ਟ, ਨਾਮ ਕਰਤਾ ਮੁਖ ਮੇਵਾ। ਹਜੂਰ ਜਦੋਂ ਆਪ ਸੁਭ ਦ੍ਰਿਸ਼ਟੀ ਨਾਲ ਤੱਕਦੇ ਹੋ ਮਹਾਰਾਜ ਜੀ, ਮੁਖ ਦੇ ਵਿੱਚ ਨਾਮ ਮਿਓ ਜਾਂਦਾ ਹੈ। ਮੁਖ ਦੇ ਵਿੱਚ ਮਹਾਰਾਜ ਜੀ ਨਾਮ ਮਿੱਠਾ ਲੱਗਣ ਲੱਗ ਜਾਂਦਾ ਹੈ। ਆਪ ਕਿਰਪਾ ਕਰੋ, ਕਹੋ ਨਾਨਕ ਮੈਂ ਇਹੀ ਭਰੋਸਾ ਹੈ। ਮਹਾਰਾਜ ਜੀ ਇਹ ਭਰੋਸਾ ਤੱਕ ਕੇ ਆਪ ਜੀਆਂ ਦੀ ਸ਼ਰਨ ਵਿੱਚ ਆਇਆ ਹਾਂ। ਗਹੀ ਆਣ ਸਰਨਾਈ, ਗਹੀ ਤੋਂ ਭਾਵ ਪਕੜਨਾ। ਮਹਾਰਾਜ ਜੀ ਗਹੀ ਆਨ ਸਰਨਾਈ, ਆਪ ਜੀਆਂ ਦੀ ਮਹਾਰਾਜ ਜੀ ਸ਼ਰਨ ਵਿੱਚ ਆ ਗਏ ਹਾਂ। ਸਰਨਨਾਥ ਤੋਰੀ ਸਰਨ ਜੋਗ ਸਰਣੰ, ਪ੍ਰਭੂ ਦਰਸ ਪਾਏ ਮਿਟੈ ਜਨਮ ਮਰਣੰ। ਮਮ ਪਾਹ ਤੁਐ ਸਰਣ ਆਏ, ਵੱਡੇ ਭਾਗ ਮੇਰੇ ਪ੍ਰਭੂ ਦਰਸ ਪਾਏ। ਸਾਧ ਸੰਗਤ ਜੀ, ਫਿਰ ਜਦੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਦੇ ਘਰ ਵਿੱਚ ਆਉਂਦੇ ਹਨ, ਹਜੂਰ ਸਤ ਸੰਗਤ ਬਖਸ਼ਦੇ ਹਨ। ਸਤ ਸੰਗਤ ਵਿੱਚ ਆ ਕੇ ਪਤਾ ਲੱਗਦਾ ਹੈ, ਮਨਾ ਹਰ ਕੋ ਨਾਮ ਸਦਾ ਸੁਖਦਾਈ, ਕਿ ਹਰੀ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ। ਹਿਰਦੇ ਚੋਂ ਅਰਦਾਸਾਂ ਨਿਕਲਦੀਆਂ ਹਨ, ਹਾ ਪ੍ਰਭ ਰਾਖ ਲਿਓ, ਹਮ ਤੇ ਕਛੂ ਨਾ ਹੋਏ ਮੇਰੇ ਸੁਆਮੀ, ਕਰ ਕਿਰਪਾ ਆਪਣਾ ਨਾਮ ਦਿਓ। ਹਾਂਜੀ ਮਹਾਰਾਜ ਜੀ ਸਾਨੂੰ ਰੱਖ ਲਿਓ, ਸਾਡੇ ਤੋਂ ਕੁਝ ਨਹੀਂ ਜੇ ਹੁੰਦਾ। ਜੇ ਜ਼ੋਰ ਚੱਲਦਾ ਹੁੰਦਾ ਮਹਾਰਾਜ ਜੀ ਇਸ ਮਨ ਨੂੰ ਰੋਕ ਕੇ ਨਾਮ ਵਿੱਚ ਲਾ ਲੈਂਦੇ। ਆਪ ਕਿਰਪਾ ਕਰੋ ਹਜੂਰ, ਹਮ ਤੇ ਕਛੂ ਨਾ ਹੋਏ ਮੇਰੇ ਸੁਆਮੀ, ਕਰ ਕਿਰਪਾ। ਹਜੂਰ ਕੋਈ ਗੁਣ ਨਹੀਂ ਧਾਰਨ ਕੀਤਾ, ਜ਼ਿੰਦਗੀ ਲੰਘਦੀ ਜਾ ਰਹੀ ਹੈ, ਕਰ ਕਿਰਪਾ ਆਪਣਾ ਨਾਮ ਦੇਹੋ। ਹਜੂਰ ਆਪ ਕਿਰਪਾ ਕਰਕੇ ਹੀ ਆਪਣਾ ਨਾਮ ਦੇ ਦਵੋ। ਏਤੇ ਔਗਣ ਮੋਹ ਤਨ ਮਾਹੀ, ਰਾਖ ਲੇਹੋ ਪ੍ਰਭ ਸਰਣ ਗਹੀ। ਹਜੂਰ ਇੱਕ ਔਗਣ ਹੋਵੇ ਤਾਂ ਮੈਂ ਦੱਸ ਸਕਦਾ ਹਾਂ, ਐਨੇ ਔਗਣ ਨੇ ਹਜੂਰ ਗਿਣਤੀ ਤੋਂ ਬਾਹਰੇ ਨੇ। ਆਪ ਜੀਆਂ ਦੀ ਸ਼ਰਨ ਵਿੱਚ ਆ ਗਿਆ ਹਾਂ, ਕਹੋ ਨਾਨਕ ਮੈਂ ਇਹੀ ਭਰੋਸਾ ਹੈ, ਗਹੀ ਆਣ ਸਰਨਾਈ। ਇਹ ਭਰੋਸਾ ਲੈ ਕੇ ਮਹਾਰਾਜ ਜੀ ਆਪ ਜੀਆਂ ਦੀ ਸ਼ਰਨ ਵਿੱਚ ਆਏ ਹਾਂ। ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਤੇਗ ਬਹਾਦਰ ਸਿਮਰੀਐ, ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਮਹਾਰਾਜ ਜੀਆਂ ਦਾ ਚਰਨਾ ਕਮਲਾਂ ਦਾ ਧਰੀਏ ਧਿਆਨ, ਬਿਰਤੇ ਲੈ ਚਲੀਏ ਪਟਨਾ ਸਾਹਿਬ ਜੀਆਂ ਦੀ ਧਰਤੀ ਤੇ। ਹਜੂਰ ਦਾ ਅਦੁੱਤੀ ਦਰਬਾਰ ਸਜਿਆ ਹੈ। ਹਜੂਰ ਨੇ ਮਾਰੂ ਰਾਗ ਵਿੱਚ ਸ਼ਬਦ ਦੀ ਕਿਰਪਾ ਕੀਤੀ ਹੈ। ਸੰਗਤਾਂ ਦੋਨੋਂ ਹੱਥ ਜੋੜ ਕੇ ਉਚਾਰਨ ਕਰਦੀਆਂ ਹਨ, ਤੇਗ ਬਹਾਦਰ ਸਿਮਰੀਐ, ਗੁਰ ਤੇਗ ਬਹਾਦਰ ਸਿਮਰੀਐ, ਗੁਰ ਤੇਗ ਬਹਾਦਰ ਸਿਮਰੀਐ, ਬਹਾਦਰ ਸਿਮਰੀਐ। ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਤਾਏ, ਘਰ ਨੌ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਤੇਗ ਬਹਾਦਰ ਸਿਮਰੀਐ, ਗੁਰ ਤੇਗ ਬਹਾਦਰ ਸਿਮਰੀਐ, ਤੇਗ ਬਹਾਦਰ ਸਿਮਰੀਐ, ਗੁਰ ਤੇਗ ਬਹਾਦਰ ਸਿਮਰੀਐ। ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਤਾਏ, ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਹਜੂਰ ਨੇ ਕਿਰਪਾ ਕੀਤੀ ਹੈ, ਦੇਵ ਕਰੋ ਦਇਆ, ਮੋਹਿ ਮਾਰਗ ਲਾਵੋ। ਹਜੂਰ ਸਾਨੂੰ ਵੀ ਮਾਰਗ ਤੇ ਮਹਾਰਾਜ ਜੀ ਕਿਰਪਾ ਕਰਕੇ ਪਾ ਦਵੋ। ਹਜੂਰ ਕਿਰਪਾ ਕਰਨ। ਹਜੂਰ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਆਪ ਸਰਬੱਤ ਸੰਗਤਾਂ ਬਖਸ਼ਣ ਜੋਗ ਹੋ। ਬਖਸ਼ ਦੇਣਾ ਅਰਦਾਸ ਕਰਨੀ, ਮਹਾਰਾਜ ਜੀ ਬਲ ਬੁੱਧ ਸਮਰੱਥਾ ਬਖਸ਼ਣ। ਜਿਸ ਤਰ੍ਹਾਂ ਅੱਗੇ ਹਜੂਰ ਕਿਰਪਾ ਕਰਨਗੇ, ਅਬ ਮੈਂ ਕਹਾ ਕਰੋ ਰੀ ਮਾਈ। ਹਜੂਰ ਹੁਣ ਕੀ ਕੀਤਾ ਜਾਵੇ। ਮਹਾਰਾਜ ਜੀਆਂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਹੂ ਨਾਨਕ ਮੈਂ ਇਹੀ ਭਰੋਸੈ, ਗਹੀ ਆਨ ਸਰਨਾਈ।